ਸੋ ਪ੍ਰਭੂ ਦੇ ਵਚਨ ਦੇ ਵਿੱਚ ਚੱਲੀਏ। ਸੋ ਅਸੀਂ ਜਿਸ ਵੇਲੇ ਇਹਦਾ ਪਹਿਲਾ ਚੈਪਟਰ ਪੜ੍ਹਦੇ ਪਏ ਹਾਂ ਤਾਂ ਬੇਸਿਕਲੀ ਅਸੀਂ ਉਤਪਤ ਦਾ 5ਵੇਂ ਚੈਪਟਰ ਤੋਂ ਸ਼ੁਰੂ ਕਰਦੇ ਪਏ, ਲੇਕਿਨ ਇਹਨੇ ਬੜੀ ਤੇਜ਼ੀ ਦੇ ਨਾਲ ਸਾਨੂੰ ਇਤਿਹਾਸਕਾਰ ਨੇ ਸਾਨੂੰ ਬੜੀ ਤੇਜ਼ੀ ਦੇ ਨਾਲ ਇਹਦੇ ਵਿੱਚ ਹੀ ਲੈ ਕੇ ਲੰਘਣਾ, ਕਿਉਂਕਿ ਸਾਰੇ ਦਾ ਸਾਰਾ ਜਿਹੜਾ ਧਿਆਨ ਆ ਉਹ ਦਾਊਦ ਔਰ ਦਾਊਦ ਦੇ ਘਰਾਣੇ ਦੇ ਉੱਤੇ, ਔਰ ਉਹ ਰਾਜੇ ਜਿਹੜੇ ਦਾਊਦ ਦੇ ਘਰਾਣੇ ਦੇ ਵਿੱਚੋਂ ਆਏ, ਔਰ ਉਸ ਤੋਂ ਬਾਅਦ ਜਿਹੜੇ ਰਾਜੇ ਇਜ਼ਰਾइल ਦੇ ਤੇ ਯਹੂਦਾ ਦੇ ਹੋਏ। ਸਾਰਾ ਧਿਆਨ ਉਧਰ ਨੂੰ, ਪਰ ਉੱਥੇ ਪਹੁੰਚਣ ਤੋਂ ਪਹਿਲਾਂ ਸਾਨੂੰ ਉਹ ਲੈ ਕੇ ਆਦਮ ਤੋਂ ਉਸਨੇ ਸ਼ੁਰੂ ਕਰਨਾ। ਸੋ ਆਓ ਅਸੀਂ ਇਸ ਦੀਆਂ ਪਹਿਲੀਆਂ 24 ਆਇਤਾਂ, ਪਹਿਲੀਆਂ 27 ਆਇਤਾਂ ਦੇਖੀਏ। ਹਾਂਜੀ, ਪਹਿਲਾ ਇਤਿਹਾਸ, ਪਹਿਲਾ ਚੈਪਟਰ 598 ਪੰਨਾ। ਹਾਂਜੀ, ਆਦਮ ਤੋਂ ਲੈ ਕੇ ਅਬਰਾਹਮ ਤੱਕ। ਆਦਮ ਦਾ ਪੁੱਤਰ ਸੇਤ ਸੀ, ਸੇਤ ਦਾ ਪੁੱਤਰ ਅਨੋਸ਼, ਅਨੋਸ਼ ਦਾ ਕੈਨਾਨ, ਕੈਨਾਨ ਦਾ ਮਹਲੇਲ, ਮਹਲੇਲ ਦਾ ਜਰਦ, ਜਰਦ ਦਾ ਹਨੋਕ, ਹਨੋਕ ਦਾ ਮਥੂਸ਼ਹਲ, ਮਥੂਸ਼ਹਲ ਦਾ ਲਾਮਕ ਅਤੇ ਲਾਮਕ ਦਾ ਪੁੱਤਰ ਨੋਹ ਸੀ। ਨੋਹ ਦੇ ਇਹ 3 ਪੁੱਤਰ ਸਨ, ਸ਼ੇਮ, ਹਾਮ ਤੇ ਜਾਫਤ। ਜਾਫਤ ਦੇ ਇਹ ਪੁੱਤਰ ਸਨ ਗੋਮਰ, ਮਗੋਗ, ਮਾਦਈ, ਯਵਾਨ, ਤੁਬਲ, ਮਸ਼ਕ ਅਤੇ ਤੀਰਾਸ। ਗੋਮਰ ਦੇ ਇਹ ਪੁੱਤਰ ਸਨ ਅਸ਼ਕਨਸ, ਰੀਫਤ ਅਤੇ ਤੋਗਰਮਾ। ਯਵਾਨ ਇਹ ਪੁੱਤਰ ਸਨ ਅਲੀਸ਼ਾ, ਤਰਸ਼ੀਸ਼, ਕਤੀਮ ਤੇ ਦੋਦੀਮੀਮ। ਹਾਮ ਦੇ ਇਹ ਪੁੱਤਰ ਸਨ ਕੂਸ਼, ਮਿਸਰ, ਕੂਟ ਤੇ ਕਨਾਨ। ਕੂਸ਼ ਦੇ ਇਹ ਪੁੱਤਰ ਸਨ ਸਬਾ, ਹਵੀਲਾ, ਸਪਤਾ, ਰਾਮਾ ਤੇ ਸਬਤਕਾ। ਰਹਾਮ ਦੇ ਇਹ ਪੁੱਤਰ ਸਨ ਸਬਾ ਤੇ ਦਦਾਨ। ਕੂਸ਼ ਦਾ ਇੱਕ ਪੁੱਤਰ ਨਿਮਰੋਦ ਸੀ, ਜੋ ਸੰਸਾਰ ਭਰ ਵਿੱਚ ਸੂਰਮਾ ਮਨੁੱਖ ਕਰਕੇ ਪ੍ਰਸਿੱਧ ਹੋਇਆ ਸੀ। ਮਿਸਰ ਤੋਂ ਅੱਗੇ ਇਹਨਾਂ ਜਾਤਾਂ ਨੇ ਜਨਮ ਲਿਆ, ਲੂਦੀ, ਆਲਮੀ, ਲਹਾਬੀ, ਲਪਤੁਰੀ, ਪਤਸਰੂਸੀ, ਕਤੋਰੀ ਅਤੇ ਕਸਲੂਹੀ, ਜਿਸ ਤੋਂ ਫਿਲਸਤੀ ਜਾਤੀ ਨਿਕਲੀ। ਕਨਾਨ ਦੇ ਇਹ ਪੁੱਤਰ ਸਨ ਸਿਦੋਨ, ਜੇਠਾ ਪੁੱਤਰ ਤੇ ਹੇਤ। ਕਨਾਨ ਤੋਂ ਇਹਨਾਂ ਜਾਤਾਂ ਨੇ ਵੀ ਜਨਮ ਲਿਆ ਸੀ, ਜਬੂਸੀ, ਮੋਰੀ, ਗਿਰਗਾਸੀ, ਹਿਵੀ, ਅਰਕੀ, ਸੀਨੀ, ਅਰਵਾਦੀ, ਸਮਾਰੀ ਅਤੇ ਹਮਾਥੀ। ਸ਼ੇਮ ਦੇ ਇਹ ਪੁੱਤਰ ਸਨ ਅਸ਼ੂਰ, ਅਰਕਸਦ, ਲੂਦ, ਅਰਾਮ, ਉਸਾ, ਹੂਲ, ਬਥਰ ਤੇ ਨਸ਼। ਅਰਪਕਸ ਦਾ ਪੁੱਤਰ ਸਾਲਾ ਸੀ ਅਤੇ ਸਾਲਾ ਦਾ ਟੱਬਰ ਸੀ। ਏਬਰ ਦੇ 2 ਪੁੱਤਰ ਸਨ, ਇੱਕ ਦਾ ਨਾਂ ਪਲਗ, ਜਿਸ ਦੇ ਸਮੇਂ ਧਰਤੀ ਦੇ ਨਿਵਾਸੀਆਂ ਨੇ ਧਰਤੀ ਦੀ ਵੰਡ ਕੀਤੀ ਸੀ, ਤੇ ਦੂਜੇ ਪੁੱਤਰ ਦਾ ਨਾਂ ਜਕਰਾਨ ਸੀ। ਜਕਰਾਨ ਦੇ ਇਹ ਪੁੱਤਰ ਸਨ ਅਲਸਦਾਦ, ਸਾਲਫ, ਹਸਰ, ਮਾਫਤ, ਜਾਰਾ, ਹਦੁਰਾਮ, ਉਜਾਲ, ਡਿਕਲਾ, ਇਸਾਲ, ਅਥੀਮਾਏ, ਸਬਾ, ਓਫੀਰ, ਹਵੀਲਾ ਤੇ ਜੋਬਾਬ। ਸੇਮ ਤੋਂ ਲੈ ਕੇ ਅਬਰਾਮ ਵੰਸ਼ ਦਾ ਲੇਖਾ ਇਸ ਤਰ੍ਹਾਂ ਨਾਲ ਹੈ। ਸ਼ੇਮ, ਅਰਤਹਸ਼ਲਾ, ਏਥਰ, ਪਲਰਾ, ਰਊਸ, ਸਰੂਗ, ਨਹੋਰ, ਤਾਰਾ ਅਤੇ ਅਬਰਾਹਮ, ਜਿਸ ਦਾ ਨਾਂ ਅੱਗੇ ਜਾ ਕੇ ਅਬਰਾਹੀਮ ਚੱਲਿਆ, ਇਸਮਾਈਲ ਦਾ ਵੰਸ਼। ਹਾਂਜੀ, ਠੀਕ ਆ। ਸੋ ਅਸੀਂ ਇਸ ਨੂੰ ਕਿਸ ਤਰ੍ਹਾਂ ਪੜ੍ਹਦੇ ਦੇਖਦੇ ਪਏ ਹਾਂ। ਅਸੀਂ ਇਸ ਨੂੰ ਆਦਮ ਤੋਂ ਸ਼ੁਰੂ ਕੀਤਾ। ਸੋ ਉਸਨੇ ਅਗਰ ਧਿਆਨ ਦੇ ਨਾਲ ਦੇਖੀਏ ਤਾਂ ਉਸਨੇ ਕਨਾਨ ਨੂੰ ਵਿੱਚੋਂ ਕੱਢ ਦਿੱਤਾ, ਜਿਹੜਾ ਉਸਦਾ ਪੁੱਤਰ ਸੀ। ਸੋ ਅਸੀਂ ਬੇਸਿਕਲੀ ਪਹਿਲੀਆਂ 4 ਆਇਤਾਂ ਦੇ ਵਿੱਚ ਪ੍ਰਭੂ ਦੇ ਲੇਖੇ ਦੇ ਵਿੱਚ ਜਿਹੜੇ ਪ੍ਰਭੂ ਯਿਸੂ ਮਸੀਹ ਦੇ ਲੇਖੇ ਦੇ ਵਿੱਚ ਜਿਹੜੇ ਨਾਮ ਆਉਂਦੇ ਅਸੀਂ ਉਹਨਾਂ ਨੂੰ ਦੇਖਦੇ ਪਏ ਹਾਂ, ਟਿਲ ਅਸੀਂ ਜਿਸ ਵੇਲੇ ਅਸੀਂ ਹਿੱਟ ਕਰਦੇ ਹਾਂ ਚੌਥੀ ਆਇਤ ਦੀ ਆਖਰੀ ਹਿੱਸੇ ਤੇ, ਕਿਉਂਕਿ ਉੱਥੇ ਨੂਹ ਦੇ ਪੁੱਤਰ ਦੱਸੇਗਾ। ਔਰ ਸਾਨੂੰ ਪਤਾ ਕਿ ਨੂਹ ਤੋਂ ਦੇ ਸਮੇਂ ਜਿਸ ਵੇਲੇ ਹੜ੍ਹ ਆਇਆ ਸੀ ਤੇ ਨੂਹ ਤੇ ਉਸਦੇ 3 ਪੁੱਤਰ ਔਰ ਉਹਨਾਂ ਦੇ ਪਰਿਵਾਰ ਇਹੋ ਹੀ ਸੀਗੇ ਜਿਹੜੇ ਬੇੜੇ ਦੇ ਵਿੱਚ ਸੀ।
ਔਰ ਪ੍ਰਭੂ ਦੀ ਬਲੱਡ ਲਾਈਨ ਉਹਦੇ ਰਾਹੀਂ ਅਸੀਂ ਬੇੜੇ ਦੇ ਵਿੱਚੋਂ ਉਤਰਦੀ ਦੇਖਦੇ ਹਾਂ। ਔਰ ਉਸ ਤੋਂ ਬਾਅਦ ਉਸਨੇ ਕਿਉਂ ਇੰਨਾ ਖੋਲ ਕੇ ਸਾਨੂੰ ਦੱਸਿਆ? ਉਹ ਖੋਲ ਕੇ ਤਾਂ ਦੱਸਿਆ ਕਿ ਕਨਾਨ ਦੇ ਤੋਂ ਜਿਹੜੇ ਪਰਿਵਾਰ ਪੈਦਾ ਹੋਏ ਉਹਦਾ ਕੋਈ ਮਕਸਦ ਨਹੀਂ। ਇਸ ਤਰ੍ਹਾਂ ਜਿਹੜੇ ਅਨੋਸ਼ ਤੋਂ ਅੱਗੇ ਉਹਦੇ ਪੁੱਤਰਾਂ ਧੀਆਂ ਹੋਰ ਵੀ ਸਨ, ਏਦਾਂ ਬਚਨ ਦੇ ਵਿੱਚ ਲਿਖਿਆ, ਇਟ ਡਸ ਨਾਟ ਮੈਟਰ, ਕਿਉਂਕਿ ਉਹ ਸਾਰੇ ਹੜ੍ਹ ਦੇ ਵਿੱਚ ਡੁੱਬ ਗਏ ਸੀ। ਮੈਟਰ ਹੁਣ ਇਹ ਕਰਦਾ ਕਿ ਹੁਣ ਧਰਤੀ ਦੇ ਉੱਤੇ ਜਿਹੜੇ ਲੋਕ ਰਹਿ ਰਹੇ ਆ, ਜਿਹੜੇ ਅੱਜ ਅਸੀਂ ਜੀ ਰਹੇ ਹਾਂ, ਇਹ ਸ਼ਮ ਦਾ ਖਾਨਦਾਨ, ਹਾਮ ਦਾ ਖਾਨਦਾਨ ਜੀ ਰਿਹਾ ਔਰ ਯਾਫਤ ਦਾ ਖਾਨਦਾਨ ਜੀ ਰਿਹਾ। ਸਿਰਫ ਇਹ ਮੈਟਰ ਕਰਦਾ। ਔਰ ਉੱਥੋਂ ਹੁਣ ਅਸੀਂ ਦੇਖਦੇ ਪਏ ਹਾਂ ਕਿ ਯਾਫਤ ਦੇ ਪੁੱਤਰ ਦੱਸੇ ਗਏ ਕਿ ਗੋਮਰ, ਮਗੋਗ, ਜਿਨ੍ਹਾਂ ਨੂੰ ਬੇਸਿਕਲੀ ਮਗੋਗ ਜਿਹੜਾ ਰਸ਼ੀਅਨ ਲੋਕ ਆ ਉਹਨਾਂ ਨੂੰ ਗੋਗ ਤੇ ਮਗੋਗ ਉਹ ਇਲਾਕੇ ਜਿਹੜੇ ਹੈਗੇ ਆ, ਮਾਦਾਈ ਜਿਹਨਾਂ ਤੋਂ ਮਾਦ ਲੋਕ ਨਿਕਲੇ ਆ, ਮਾਦੀਆਂ ਦੇ ਬਾਰੇ ਅਸੀਂ ਗਾਂਹ ਜਾ ਕੇ ਪੜ੍ਹਨਾ ਹੈ। ਇਹਨਾਂ ਤੋਂ ਵੀ ਇੱਕ ਕੌਮ ਪੈਦਾ ਹੋਈ ਹੈ, ਰਾਈਟ। ਸੋ ਜਿੰਨੇ ਫਾਰਸ ਦੇ ਰਾਜੇ ਹੋਣੇ ਅਸੀਂ ਪੜ੍ਹਨੇ ਹੈਗੇ ਉਹ ਸਾਰੇ ਮਾਦ ਦੇ ਲੋਕ। ਸੋ ਉਹ ਸਾਰੇ ਇਹਨਾਂ ਖਾਨਦਾਨਾਂ ਦੇ ਵਿੱਚੋਂ। ਤੇ ਉਸ ਤੋਂ ਬਾਅਦ ਯਵਾਨ, ਤੁਲਕ, ਮਸ਼ਕ ਅਤੇ ਤਿਰਾਸ, ਗੋਮਰ ਦੇ ਇਹ ਪੁੱਤਰ ਸਨ, ਉਹਨਾਂ ਦੇ ਨਾਂ ਆਉਂਦੇ ਆ। ਫਿਰ ਯਵਾਨ ਦੇ ਪੁੱਤਰਾਂ ਦੇ ਨਾਂ ਦੱਸੇ ਗਏ ਆ। ਆਲੀਸ਼ਾ, ਜਿਹੜਾ ਅਗਲਾ ਜਿਹੜਾ ਨਾਮ ਆਉਂਦਾ ਹੈਗਾ ਉਹ ਹੈ ਤਰਸ਼ੀਸ਼, ਜਿਸ ਤੋਂ ਤਾਰਸੁਸ ਦਾ ਜਿਹੜਾ ਇਲਾਕਾ ਆ ਉਹ ਬਸਿਆ। ਉਹਨਾਂ ਇਲਾਕਿਆਂ ਦੇ ਉੱਤੇ ਇਹਨਾਂ ਨਾਵਾਂ ਦੇ ਉੱਤੇ ਉਹ ਸਾਰੇ ਇਲਾਕਿਆਂ ਦੇ ਨਾਮ ਪਏ ਆ। ਔਰ ਫਿਰ ਅਸੀਂ ਗਾਂ ਜਾ ਕੇ ਹਾਮ ਦੀ ਸੰਤਾਨ ਪੜ੍ਹਦੇ ਹਾਂ ਔਰ ਸਾਨੂੰ ਪਤਾ ਕਿ ਹਾਮ ਨੂੰ ਇਹ ਸਰਾਫੀ ਹੋਈ ਸੰਤਾਨ ਆ। ਸੋ ਇਹਨਾਂ ਤੋਂ ਅਸੀਂ ਕੀ ਦੇਖਦੇ ਪਏ ਹਾਂ? ਉਸਦੇ 3 ਪੁੱਤਰ ਸਨ। ਕੂਸ਼, ਜਿੱਥੋਂ ਕੂਸ਼ੀ ਲੋਕ ਪੈਦਾ ਹੋਏ, ਕੁਸ਼ਾਈਟ ਪੈਦਾ ਹੋਏ, ਜਿਨ੍ਹਾਂ ਦੇ ਮੈਂ ਤੁਹਾਨੂੰ ਮੈਪ ਦੇ ਵਿੱਚ ਲਾ ਕੇ ਦੱਸੂਗਾ ਗਾਂ ਜਾ ਕੇ ਉਹ ਲੋਕ। ਫਿਰ ਉਸ ਤੋਂ ਬਾਅਦ ਮਿਸਰ, ਜਿਸ ਤੋਂ ਗਾਂ ਇਜਿਪਸ਼ੀਅਨ ਤੇ ਗਾਂ ਇਧਰਲੇ ਪਾਸੇ ਦੇ ਇਲਾਕੇ ਦੇ ਜਿੱਥੋਂ ਸਾਰੇ ਲੋਕ ਨਿਕਲੇ, ਰਾਈਟ। ਅੱਜ ਦਾ ਜਿਹੜਾ ਮਿਸਰ ਆ, ਅੱਜ ਦਾ ਜਿਹੜਾ ਇਜਿਪਟ, ਉਸ ਤੋਂ ਜਿਹੜਾ ਥੱਲੇ ਨੂੰ ਜਿੰਨੇ ਵੀ ਇਲਾਕੇ ਲਿਬੀਆ ਵਗੈਰਾ ਜਿਹੜੇ ਗਾਂ ਅਫਰੀਕਾ ਵੱਲ ਨੂੰ ਨਿਕਲ ਜਾਂਦੇ, ਉਹ ਸਾਰੇ ਇਲਾਕਿਆਂ ਦੇ ਨਾਮ ਇਹਦੇ ਵਿੱਚ ਆਉਂਦੇ ਹੈਗੇ ਆ। ਔਰ ਫਿਰ ਸਾਨੂੰ ਕੂਸ਼ ਦੇ ਪੁੱਤਰਾਂ ਦੇ ਨਾਂ ਦੱਸੇ ਗਏ। ਉਹਨਾਂ ਦੇ ਪੁੱਤਰਾਂ ਦੇ ਨਾਂ ਇਹ ਆ ਸ਼ਬਾ, ਹਬਲਿਆ, ਸਬਤਾ, ਰਹਿਮਾਨ। ਗਾਂ ਉਹਦੇ ਪੁੱਤਰਾਂ ਦੇ ਨਾਂ ਸਾਨੂੰ ਦੱਸੇ ਗਏ ਹੈਗੇ ਆ, ਸ਼ਬਾ ਤੇ ਦਦਾਨ। ਔਰ ਕੂਸ਼ ਦਾ ਇੱਕ ਪੁੱਤਰ ਨਿਮਰੋਦ ਸੀ। ਹੁਣ ਸਾਨੂੰ ਬੈਬੀਲੋਨ ਚ ਲੈ ਗਏ। ਉਸ ਸਮੇਂ ਦਾ ਜਿਹੜਾ ਬਾਬਲ ਸੀਗਾ, ਅੱਜ ਦਾ ਇਰਾਕ, ਅਸੀਂ ਉੱਥੇ ਪਹੁੰਚ ਗਏ। ਸੋ ਬਾਬਲ ਦਾ ਜਿਹੜਾ ਇਲਾਕਾ ਸੀਗਾ, ਸਾਨੂੰ ਪਤਾ ਕਿ ਉਹ ਸਾਰਾ ਦਾ ਸਾਰਾ ਇਲਾਕਾ, ਕਿਉਂਕਿ ਬਾਬਲ ਦਾ ਬੁਰਜ ਉੱਥੇ ਬਣਾਇਆ ਗਿਆ ਸੀ ਔਰ ਬਾਬਲ ਦਾ ਬੁਰਜ ਨਿਮਰੋਦ ਨੇ ਬਣਾਇਆ ਸੀ। ਔਰ ਇਸ ਤੋਂ ਬਾਅਦ ਅਸੀਂ ਦੇਖਿਆ ਕਿ ਬੋਲੀਆਂ ਬਦਲ ਗਈਆਂ ਔਰ ਇਹ ਸਾਰੇ ਖਿੰਡਰ ਗਏ, ਵੱਖਰਿਆਂ ਇਲਾਕਿਆਂ ਦੇ ਵਿੱਚ ਨਿਕਲ ਗਏ। ਔਰ ਇਹਨਾਂ ਬਜ਼ੁਰਗਾਂ ਦੇ ਨਾਂ ਦੇ ਉੱਤੇ ਜਾਂ ਕੌਮਾਂ ਦੇ ਦੇਸ਼ ਜਾਂ ਕੌਮਾਂ ਦੇ ਨਾਂ ਪਏ ਆ, ਜਾਂ ਕਬੀਲਿਆਂ ਦੇ ਨਾਂ ਪਏ ਆ, ਜਾਂ ਦੇਵਤਿਆਂ ਦੇ ਨਾਂ ਪਏ। ਔਰ ਅਸੀਂ ਉਹ ਸਾਰੇ ਗਾਂ ਜਾ ਕੇ ਦੇਖਦੇ ਪਏ ਆ। ਮਿਸਰ ਦੀ ਗਾਂ ਸੰਤਾਨ ਦੱਸੀ ਆ ਔਰ ਇਹ ਬੇਸਿਕਲੀ ਮਿਸਰ ਦੀ ਜਿਹੜੀ ਸੰਤਾਨ ਸੀ ਉਹ ਸਾਰੀ ਜਿਹੜਾ ਅੱਜ ਦਾ ਅਫਰੀਕਾ ਜਿਸ ਨੂੰ ਕਹਿੰਦੇ ਹੈਗੇ, ਇਸ ਇਲਾਕੇ ਦੇ ਵੱਲ ਨੂੰ ਉਹ ਨਿਕਲ ਗਏ। ਫਿਰ ਕਨਾਨ ਦੀ ਸੰਤਾਨ ਦੱਸੀ ਹੈ, ਜਿਹਨੂੰ ਸਰਾਪ ਮਿਲਿਆ ਸੀ। ਕਨਾਨ ਦੀ ਸੰਤਾਨ ਦੇ ਇਹ ਪੁੱਤਰ ਸਨ, ਸਿਦੋਨ ਉਸਦਾ ਜੇਠਾ ਪੁੱਤਰ ਤੇ ਹੇਥ। ਕਨਾਨ ਤੋਂ ਇਹਨਾਂ ਜਾਤਾਂ ਨੇ ਜਨਮ ਲਿਆ। ਹੁਣ ਆਈ ਮੇਨ ਗੱਲ। ਇਹ ਸਾਰੀਆਂ ਉਹ ਜਾਤਾਂ ਸੀ ਜਿਹੜੀਆਂ ਤੇ ਪ੍ਰੋਮਿਸ ਲੈਂਡ ਦੇ ਵਿੱਚ ਜਿਨ੍ਹਾਂ ਦੀ ਧਰਤੀ ਦਿੱਤੀ ਗਈ ਸੀਗੀ, ਇਹਨਾਂ ਨੇ ਉਹ ਸਾਰੇ ਵਾਅਦੇ ਦੀ ਧਰਤੀ ਇਹਨਾਂ ਨੇ ਵਸਾਈ ਸੀ। ਸੋ ਪ੍ਰਭੂ ਨੇ ਜਿਸ ਲਈ ਅਬਰਾਹਮ ਨੂੰ ਵਾਅਦਾ ਦਿੱਤਾ ਸੀ ਤੇ ਉਸਨੇ ਕਿਹਾ ਸੀਗਾ ਕਿ ਮੈਂ ਤੈਨੂੰ, ਅਗਰ ਤੁਸੀਂ ਦੇਖਣਾ ਮੰਗਦੇ ਆ ਤੇ ਮੇਰੇ ਨਾਲ ਤੁਸੀਂ ਆ ਸਕਦੇ ਹੋ। ਪਿੱਛੇ
ਉਤਪਤ ਦੇ ਵਿੱਚ ਪਿੱਛੇ ਆ ਸਕਦੇ ਹਾਂ। ਉਤਪਤ ਦਾ 25ਵਾਂ ਭਾਵ ਪਰ ਮੈਂ ਤੁਹਾਨੂੰ ਦੇਖ ਕੇ ਦੱਸਦਾ। पेज या पास्टर जी अरे मैं तुम देख के ਦੱਸਦਾ। Not ready for that today. It's a good to see that. Abraham. पंद्रहवां भाव है उसकी 17 आयत तो देखोगे। 16वीं आयत विच लिखा कि मैं इन्हां कौमां दी धरती तैनूं दूंगा पर इन्हां ये उदों तक रहणगीआं जदों तक इन्हां दी बुराई दी हद पूरी नहीं हो जाएगी। सानूं ये समझण दी लोड़ आ। असीं कल पढ़िया कि प्रभु ने राजियां दीआं पोथियां दे विच इजराइल नूं भी ते यहूदा नूं भी बंदी बना के घल दिता। किहड़ियां लोकां किहड़ियां कौमां दा बंदी बनाया? ਜਿਹੜੀਆਂ ਕੌਮਾਂ ਇੱਥੇ ਪਹਿਲਾਂ ਵਸਦੀਆਂ ਸੀ, ਜਿਨ੍ਹਾਂ ਨੂੰ ਕੱਢਿਆ ਗਿਆ ਸੀ, ਕਿਉਂਕਿ ਉਹਨਾਂ ਨੇ ਉਹਨਾਂ ਦੇ ਦੇਵਤਿਆਂ ਨੂੰ ਲੈ ਕੇ ਪਾਪ ਕੀਤੇ ਸੀ। ਸੋ ਹੁਣ ਅਸੀਂ ਦੇਖੀਏ ਤੇ ਫਿਰ 17 ਆਇਤ ਤੋਂ ਲੈ ਕੇ ਸਿਸਟਰ ਜੀ 21 ਤਾਈਂ ਪੜ੍ਹਦੇ। ਠੀਕ ਹੈ ਜੀ। ਫਿਰ ਜਦੋਂ ਸੂਰਜ ਡੁੱਬ ਗਿਆ ਤੇ ਹਨੇਰਾ ਹੋ ਗਿਆ ਤੇ ਇੱਕ ਧੂਏਦਾਰ ਬਲਦਾ ਬਰਤਨ ਅਤੇ ਮਿਸਾਲ ਜਾਨਵਰਾਂ ਦੇ ਹੋਇਆਂ ਵਿੱਚੋਂ ਦੀ ਲੰਘੀ। ਉਸ ਸਮੇਂ ਪ੍ਰਭੂ ਨੇ ਅਬਰਾਮ ਨਾਲ ਇਹ ਕਹਿ ਕੇ ਨੇਮ ਬੰਨਿਆ, ਤੇਰੇ ਵੰਸ਼ ਨੂੰ ਮੈਂ ਇਹ ਸਾਰੀ ਧਰਤੀ ਦਿੰਦਾ ਹਾਂ। ਮਿਸਰ ਦੇ ਦਰਿਆ ਤੋਂ ਲੈ ਕੇ ਵੱਡੇ ਦਰਿਆ ਫਰਾਤ ਤੱਕ, ਕੇਨੀਆਂ ਦੀ, ਕਨਿਜੀਆਂ ਦੀ, ਕਦਮੋਨੀਆਂ ਦੀ, ਹਿੱਤੀਆਂ ਦੀ, ਪਰਿਜੀਆਂ ਦੀ, ਰਫਾਇਮਾਂ ਦੀ, ਮੋਰੀਆਂ ਦੀ, ਕਨਾਨੀਆਂ ਦੀ, ਗਿਰਗਾਸੀਆਂ ਦੀ ਅਤੇ ਯਬੂਸੀਆਂ ਦੀ। ਸੋ ਅਸੀਂ ਕਿਹੜੇ ਨਾਂ ਇੱਥੇ ਪੜ੍ਹਦੇ ਪਏ? ਅਸੀਂ ਉਹੀ ਨਾਂ ਸਾਰੇ ਪੜ੍ਹਦੇ ਪਏ। ਔਰ ਪਲੱਸ ਜਿਹੜੇ ਹੋਰ ਥੋੜੇ ਬਹੁਤੇ ਪੁੱਤਰ ਸੀ ਜਿਨ੍ਹਾਂ ਦੇ ਨਾਮ ਦੇ ਉੱਤੇ ਉਹ ਕੌਮਾਂ ਉੱਥੇ ਵਸੀਆਂ ਸੀ। ਮੈਂ ਇਹਨਾਂ ਸਾਰਿਆਂ ਦੀ ਧਰਤੀ ਤੈਨੂੰ ਦਊਂਗਾ। ਸੋ ਉਹ ਕਨਾਨ ਦੇ ਜਿਹੜੇ ਕੁਣਬੇ ਦੇ ਲੋਕ ਸੀ, ਉਸਦੇ ਪਰਿਵਾਰ ਚ ਜਿਹੜੇ ਪੈਦਾ ਹੋਏ ਸੀ, ਉਹ ਉਹਨਾਂ ਦੀ ਧਰਤੀ ਸੀ। ਉਹ ਕਨਾਨ ਨੂੰ ਸਰਾਫ ਮਿਲਿਆ ਸੀ, ਉਹ ਸਰਾਫੀ ਸੀ। ਠੀਕ। ਸੋ ਉਸ ਤੋਂ ਬਾਅਦ ਸਾਨੂੰ ਸ਼ੈਮ ਦੇ ਪੁੱਤਰ ਦੱਸੇ ਗਏ। ਔਰ ਸ਼ੈਮ ਦਾ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਪੁੱਤਰ ਆਉਂਦਾ ਉਹਦਾ ਨਾਮ ਹੈ ਅਸੂਰ, ਜਿੱਥੋਂ ਅਸੀਰੀਅਨ ਪੀਪਲ ਜਿਹੜੇ ਅਸੀਂ ਦੇਖਦੇ ਪਏ ਸੀ, ਅਸੂਰ ਦੇ ਲੋਕ ਜਿਹੜੇ ਅਸੂਰ ਦੇ ਰਾਜੇ ਜਿਹੜੇ ਅਸੀਂ ਦੇਖਦੇ ਪਏ ਸੀ, ਔਰ ਉਹਨਾਂ ਦਾ ਸਾਮਰਾਜ ਕਿੰਨਾ ਫੈਲ ਗਿਆ ਸੀ। ਸੋ ਉੱਥੋਂ ਉਹਨਾਂ ਲੋਕਾਂ ਨੂੰ ਅਸੀਂ ਦੇਖਦੇ ਪਏ ਹਾਂ। ਔਰ ਫਿਰ ਉੱਥੇ ਅਕਸ਼ਪਦ ਤੇ ਲੂਦ, ਅਰਾਮ, ਊਸਾ। ਸੋ ਜਿਸ ਵੇਲੇ ਅਸੀਂ ਅਕਸ਼ਪਦ ਨੂੰ ਦੇਖਦੇ ਪਏ ਹਾਂ, ਇਹ ਪ੍ਰਭੂ ਦੀ ਲਾਈਨ ਦੇ ਵਿੱਚ ਆਉਂਦਾ, ਇਹ ਪ੍ਰਭੂ ਦੀ ਲਾਈਨ ਦੇ ਵਿੱਚ ਆਉਂਦਾ। ਠੀਕ। ਸੋ ਅਸੀਂ ਗਾਂ ਜਾ ਕੇ ਦੇਖਦੇ ਪਏ ਹਾਂ। ਫਿਰ ਅਕਸ਼ਪਦ ਦੇ ਬੱਚਿਆਂ ਦੇ ਗਾਂ ਨਾਂ ਦੱਸੇ, ਲੇਕਿਨ ਉਸ ਤੋਂ ਬਾਅਦ ਅਗਰ ਦੇਖਿਆ ਜਾਵੇ ਜਿਹੜੀ ਮੇਨ ਚੀਜ਼ ਆ ਗਈ ਉਹ ਸ਼ੈਮ ਤੋਂ ਦੁਆਰਾ ਸ਼ੁਰੂ, ਔਰ ਉਹ ਹੈ 24 ਆਇਤ ਤੋਂ ਲੈ ਕੇ 27 ਆਇਤ ਤੱਕ, ਕਿਉਂਕਿ ਉਹ ਸਾਨੂੰ ਨੂਹ ਦੇ ਬੇੜੇ ਤੋਂ ਲੈ ਕੇ ਅਬਰਾਹਮ ਤੱਕ ਸਮਝੇ। ਨੂਹ ਦੇ ਬੇੜੇ ਤੋਂ ਅਬਰਾਹਮ ਤੱਕ ਲੈ ਆਈ। ਔਰ ਅਬਰਾਹਮ ਜਿਸ ਨੂੰ ਕਸਦੀਆਂ ਦੀ ਧਰਤੀ ਤੋਂ ਲੈ ਕੇ ਆਇਆ ਸੀ, ਔਰ ਆ ਕੇ ਉਹ ਸਾਰੀ ਇਹ ਕਨਾਨ ਦੇ ਵੰਸ਼ ਜਿਹੜੇ ਇੱਥੇ ਬੈਠੇ ਹੋ, ਇਹ ਸਾਰੀ ਧਰਤੀ ਦਿਖਾਈ। ਤੁਸੀਂ ਨੇ ਕਿਹਾ ਜਿੱਥੇ ਜਿੱਥੇ ਤੱਕ ਤੇਰਾ ਪੈਰ ਪਿਆ, ਇਹ ਸਾਰੀ ਧਰਤੀ ਮੈਂ ਤੇਰੀ ਸੰਤਾਨ ਨੂੰ ਦੂੰਗਾ। ਔਰ ਅਬਰਾਹਮ ਨੇ ਪ੍ਰਭੂ ਦੇ ਉੱਤੇ ਵਿਸ਼ਵਾਸ ਕੀਤਾ, ਔਰ ਉਹਦੇ ਵਿਸ਼ਵਾਸ ਕਰਨ ਦੇ ਨਾਲ ਪ੍ਰਭੂ ਨੇ ਉਸਨੂੰ ਉਚਿਤ ਠਹਿਰਾਇਆ, ਔਰ ਹੁਣ ਗਾਂ
ਅਬਰਾਹਮ ਦੀ ਜਿਹੜੀ ਸੰਤਾਨ ਆ ਇਸ਼ਮਾਇਲ, ਉਸ ਦੇ ਬਾਰੇ ਸਾਨੂੰ ਦੱਸਿਆ ਜਾਣਾ, ਔਰ ਫਿਰ ਅਸਾਉ ਦਾ ਵੰਸ਼ ਦੱਸਿਆ ਜਾਣਾ। ਸੋ ਆਓ ਅਸੀਂ 28 ਆਇਤ ਤੋਂ ਲੈ ਕੇ 37 ਆਇਤ ਤੱਕ ਦੇਖਦੇ ਹਾਂ। ਇਸ਼ਮਾਇਲ ਦਾ ਵੰਸ਼। ਅਬਰਾਹਮ ਦੇ 2 ਪੁੱਤਰ ਸਨ, ਇਸਹਾਕ ਤੇ ਇਸਮਾਇਲ। ਇਸਮਾਇਲ ਤੋਂ ਅੱਗੇ ਚੱਲੇ 12 ਕਬੀਲਿਆਂ ਦੇ ਇਹ ਨਾਂ ਸਨ। ਨਥਾਯੋਤ ਇਸਮਾਇਲ ਦਾ ਜੇਠਾ ਪੁੱਤਰ, ਕੇਦਾਰ, ਅਦਬਏਲ, ਮਿਤਸਾਨ, ਮਿਸ਼ਮਾ, ਦੁਮਾ, ਮੱਸਾ, ਹਦਦ, ਤੈਸਾ, ਜਦੂਰ, ਨਫੀਸ ਤੇ ਕਦਮਾ। ਇਬਰਾਹਿਮ ਦੀ ਰਖੇਲ ਕੁਤਰਾ ਤੋਂ ਜੰਮੇ ਉਸਦੇ ਪੁੱਤਰਾਂ ਦੇ ਇਹ ਨਾਂ ਸਨ। ਜਿਮਰਾਨ, ਜਾਕਨਸਾਨ, ਮਦਾਨ, ਮਦਿਆਨ, ਜਸ਼ਬਾਕ ਤੇ ਸਵਾ। ਜਕਸ਼ਾਨ ਦੇ ਇਹ 3 ਪੁੱਤਰ ਸਨ, ਸ਼ਵਾ ਤੇ ਦਦਾਨ। ਮਦਿਆਨ ਦੇ ਇਹ ਪੁੱਤਰ ਸਨ, ਇਫਾ, ਏਫਰ, ਹਨੋਕ, ਅਬੀਦਾ ਤੇ ਅਲਦਾ। ਇਸਾਉ ਦਾ ਵੰਸ਼। ਇਬਰਾਹਿਮ ਦੇ ਪੁੱਤਰ ਇਸਹਾਕ ਦੇ ਇਹ ਪੁੱਤਰ ਸਨ, ਅਸਾਇਲ ਤੇ ਇਜ਼ਰਾਈਲ। ਇਸਾਉ ਦੇ ਇਹ ਪੁੱਤਰ ਅਲੀਫਾਜ਼, ਰਾਊਏਲ, ਜੋਇਸ਼, ਜਲਾਮ ਅਤੇ ਕੋਰਾ। ਅਲੀਫਾਜ਼ ਦੇ ਇਹ ਪੁੱਤਰ ਸਨ, ਤਿਮਾਨ, ਉਮਾਰ, ਸਫੀ, ਗਾਤਾਮ, ਕਨਜ, ਤਿਨਾਤੇ, ਅਮਲੇਕ। ਰਾਊਏਲ ਦੇ ਇਹ ਪੁੱਤਰ ਸਨ, ਨਹਤੇ, ਜਰਾ, ਸ਼ਮਾ ਤੇ ਬਿਜਾ। ਇਤਨੇ ਠੀਕ ਹੈ ਸਿਸਟਰ ਜੀ। ਸੋ ਇੱਥੇ ਕਿਹੜੇ ਵੱਡੇ ਵੱਡੇ ਨਾਮ ਆਉਂਦੇ ਆ ਸਾਨੂੰ? ਬੇਸਿਕਲੀ ਸਭ ਤੋਂ ਪਹਿਲਾਂ ਇਸ਼ਮਾਇਲ ਦਾ ਵੰਸ਼ ਦੱਸਿਆ ਗਿਆ, ਕਿਉਂਕਿ ਇਸ਼ਮਾਇਲ ਵੱਡਾ ਸੀ। ਉਸਨੂੰ ਵਾਦੇ ਦਾ ਪੁੱਤਰ ਤਾਂ ਨਹੀਂ ਗਿਣਿਆ ਗਿਆ, ਲੇਕਿਨ ਅਬਰਾਹਮ ਦਾ ਉਹ ਪੁੱਤਰ ਸੀ। ਸੋ ਸਭ ਤੋਂ ਪਹਿਲਾਂ ਅਸੀਂ ਉਸਦੇ ਸਾਰੀ ਸੰਤਾਨ ਨੂੰ ਦੇਖਦੇ ਪਏ ਹਾਂ। ਨਵਿਓਥ ਨੂੰ ਦੇਖਦੇ ਪਏ ਹਾਂ, ਕੇਦਾਰ, ਅਬਦੇਲ, ਮਿਸਵਾਮ, ਸਿਮਾ, ਦੁਮਾ, ਮੱਸਾ, ਹਦਦ, ਤੈਸਾ। ਔਰ ਇਹ ਜਿਹੜੇ ਸੀਗੇ, ਇਹ ਸਾਰੇ ਦੇ ਸਾਰੇ ਜਿੱਥੇ ਅੱਜ ਦਾ ਸਾਊਦੀ ਅਰਬ ਵਗੈਰਾ ਉਹ ਏਰੀਏ ਜਿਹੜੇ ਹੈਗੇ ਸਾਰੇ ਇਹਨਾਂ ਨੇ ਜਾ ਕੇ ਵਸਾਏ, ਇਹ ਉਧਰਲੇ ਇਲਾਕਿਆਂ ਨੂੰ ਨਿਕਲ ਗਏ ਸੀਗੇ। ਲੇਕਿਨ ਉਸ ਤੋਂ ਬਾਅਦ ਅਬਰਾਹਮ ਦੀ ਜਿਹੜੀ ਰਖੇਲ ਸੀਗਾ, ਉਸਦੇ ਪੁੱਤਰਾਂ ਦੇ ਨਾਂ ਆਉਂਦੇ ਆ। ਜਿਮਰਾਨ, ਯਾਕਸਾਨ, ਮਦਾਨ, ਯਿਸਬਾਕ, ਸੁਆ ਅਤੇ ਫਿਰ ਉਸਦੇ ਪੁੱਤਰਾਂ ਦੀ ਗੱਲ ਆਉਂਦੀ ਹੈ। ਫਿਰ ਅਸਾਉ ਦਾ ਵੰਸ਼ ਸਾਨੂੰ ਦੱਸਿਆ, ਜਿਹਦੇ ਤੋਂ ਅਦੋਮੀ ਲੋਕ ਤੇ ਅਮਾਲੇਕੀ ਲੋਕ ਪੈਦਾ ਹੋਏ। ਔਰ ਅਸੀਂ ਅਦੋਮ ਦਾ ਜਿਹੜਾ ਵੰਸ਼ ਆ, ਅਦੋਮ ਦਾ ਜਿਹੜਾ ਰਾਜ ਆ, ਉਸਨੂੰ ਅਸੀਂ ਯਹੂਦਾ ਦੇ ਰਾਜ ਦੇ ਨਾਲ ਦੇਖਦੇ ਪਏ ਸੀ। ਸੋ ਏਸਾਓ ਨੂੰ, ਜਿਸ ਲਈ ਪ੍ਰਭੂ ਨੇ ਏਸਾਓ ਵੀ ਆਪਣੇ ਬਾਪ ਦੇ ਕੋਲ ਰੋਂਦਾ ਹੋਇਆ ਗਿਆ ਸੀ ਕਿ ਤੂੰ ਮੇਰੇ ਲਈ ਕੁਛ ਵੀ ਨਹੀਂ, ਉਹ ਕਹਿੰਦਾ ਤੇਰੇ ਤੋਂ ਵੀ ਰਾਜੇ ਪੈਦਾ ਹੋਣਗੇ, ਤੇਰੇ ਤੋਂ ਵੀ ਰਾਜੇ ਪੈਦਾ ਹੋਣਗੇ, ਪਰ ਤੇਰੀ ਜਿਹੜੀ ਧਰਤੀ ਹੈ ਉਹ ਸੁੱਕੀ ਹੋਏਗੀ। ਪ੍ਰਭੂ ਦੀ ਉਹ ਬਰਕਤ ਤੇਰੇ ਲਈ ਨਹੀਂ ਹੋਏਗੀ ਜੋ ਬਰਕਤ ਉਹ ਤੇਰੇ ਭਰਾ ਨੂੰ ਦੇਗਾ। ਠੀਕ। ਸੋ ਅਸੀਂ ਇੱਥੇ ਕੀ ਦੇਖਦੇ ਪਏ ਹਾਂ ਕਿ ਅਬਰਾਹਮ ਦੇ ਜਿਹੜੇ ਗਾਂ ਪੁੱਤਰ ਸੀਗੇ, ਸੋ ਇੱਥੇ ਏਸਾਉ ਤੇ ਇਸਰਾਇਲ ਦੱਸਿਆ ਗਿਆ। ਔਰ ਸਾਨੂੰ ਪਤਾ ਕਿ ਇਸਰਾਇਲ ਉਸਦਾ ਨਾਮ ਬਦਲ ਕੇ ਰੱਖਿਆ ਗਿਆ ਸੀ। ਪ੍ਰਭੂ ਨੇ ਉਸਦਾ ਨਾਮ ਇਸਰਾਇਲ ਰੱਖਿਆ ਸੀ। ਯਾਕੂਬ ਉਸਦਾ ਨਾਮ ਜਿਹੜਾ ਸੀ ਉਸਦੇ ਬਾਪ ਨੇ ਰੱਖਿਆ ਸੀ, ਪਰ ਸਵਰਗੀ ਬਾਪ ਨੇ ਉਸਦਾ ਨਾਮ ਬਦਲਿਆ ਸੀ। ਸਵਰਗੀ ਬਾਪ ਨੇ ਜਿਸ ਲਈ ਉਸਦਾ ਨਾਮ ਬਦਲਿਆ ਤੇ ਆਪਣੇ ਲਈ ਬਦਲਿਆ, ਔਰ ਉਸਨੂੰ ਜਿਹੜਾ ਨਾਮ ਦਿੱਤਾ ਗਿਆ ਸੀ ਉਹ ਇਸਰਾਇਲ ਸੀ। ਔਰ ਫਿਰ ਅਸੀਂ ਦੇਖਦੇ ਪਏ ਹਾਂ ਕਿ ਏਸਾਓ ਦੇ ਪੁੱਤਰਾਂ ਨੂੰ ਅਸੀਂ ਦੇਖਦੇ ਪਏ ਹਾਂ, ਜਿਨ੍ਹਾਂ ਦੇ ਵਿੱਚ ਖਾਸ ਨਾਮ ਜਿਹੜਾ ਆਉਂਦਾ ਹੈਗਾ, ਜਿਸ ਲਈ ਅਸੀਂ ਅੱਗੇ ਜਾਣੇ ਹੈਗੇ ਹਾਂ ਕਿ ਏਸਾਓ ਦੇ ਪੁੱਤਰ ਇਹ ਸਨ, ਅਲੀਫਜ਼, ਰਊਏਲ, ਯਊਸ ਤੇ ਯਸਲਾਮ ਤੇ ਕੋਰਾ। ਅਲੀਫਜ਼ ਦੇ ਇਹ ਪੁੱਤਰ ਸਨ ਤਿਮਾਨ, ਅਮੋਰ, ਸ਼ਫੀ, ਗਤਨਾਮ, ਕਨਜ, ਤਿਨਾਤੇ ਤੇ ਅਮਲੇਕ, ਜਿਸ ਤੋਂ ਅਮਲੇਕੀ ਲੋਕ ਪੈਦਾ ਹੋਏ। ਸੋ ਇਹ ਅਸੀਂ ਕਹਿ ਸਕਦੇ ਹਾਂ ਕਿ ਉਸਦੇ ਵੱਡਾ ਪੁੱਤਰ ਜਿਹੜਾ ਏਸਾਓ ਜਿਹੜਾ ਸੀਗਾ, ਉਸਦਾ ਪੋਤਾ ਸੀ, ਜਿਸ ਤੋਂ ਅਮਲੇਕੀ ਲੋਕ ਸ਼ੁਰੂ ਹੋਏ। ਇਹ ਅਸੀਂ ਇਹਨਾਂ ਚੀਜ਼ਾਂ ਨੂੰ ਤਾਂ ਦੇਖਦੇ ਪਏ ਹਾਂ ਕਿਉਂਕਿ ਇਹਨਾਂ ਸਾਰਿਆਂ ਨੇ ਇਜ਼ਰਾਈਲੀ ਲੋਕਾਂ ਦੇ ਨੇ ਜਾਂ ਤਾਂ ਇਹਨਾਂ ਤੇ ਜਿੱਤ ਪ੍ਰਾਪਤ ਕਰਨੀ ਆ,
ਜਾਂ ਇਹਨਾਂ ਨੇ ਇਜ਼ਰਾਈਲੀ ਲੋਕਾਂ ਦੇ ਰਸਤੇ ਦੇ ਵਿੱਚ ਰੋੜਾ ਅਟਕਾਉਣ ਦੀ ਕੋਸ਼ਿਸ਼ ਕਰਨੀ ਆ, ਜਾਂ ਇਹ ਉਹ ਲੋਕ ਆ ਜਿਹੜੇ ਇਜ਼ਰਾਈਲ ਦੇ ਲਈ ਹਮੇਸ਼ਾ ਪ੍ਰਭ ਮੁਸੀਬਤ ਦਾ ਕਾਰਨ ਬਣੇ। ਠੀਕ, ਸੋ ਅਸੀਂ ਉਹਨਾਂ ਲੋਕਾਂ ਨੂੰ ਦੇਖਦੇ ਪਏ ਆ। ਫਿਰ ਜਿਸ ਵੇਲੇ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਕਹਾਂ ਜਾ ਕੇ ਆਉਂਦੇ ਆ, ਸੋ ਕੋਈ ਜਾਣਾ ਪੜ੍ਹ ਦੇਵੇ ਹੁਣ ਚੈਪਟਰ ਨੂੰ ਖਤਮ ਕਰ। ਅਦੋਮ ਦੇ ਅਸਲੀ ਨਿਵਾਸੀ ਸਈਰ ਦੇ ਇਹ ਪੁੱਤਰ ਸਨ, ਲੋਟਾਨ, ਸ਼ੋਵਾਲ, ਸਬਿਓਨ, ਅਨਾ, ਦਿਸ਼ੋਨ, ਏਸਰ ਤੇ ਦਿਸ਼ਾਨ। ਲਟਾਨ ਦੇ ਇਹ ਪੁੱਤਰ ਸਨ, ਹੋਰੀ ਤੇ ਹਮਾਨ। ਲਟਾਨ ਦੀ ਇੱਕ ਭੈਣ ਵੀ ਸੀ ਜਿਸ ਦਾ ਨਾਮ ਟਿਮਲਾ ਸੀ। ਸ਼ੋਬਾਲ ਦੇ ਇਹ ਪੁੱਤਰ ਸਨ, ਅਨਿਆਨ, ਮਾਨਹਵ, ਇਥਾਲ, ਸਵੀ ਤੇ ਉਨਾਮ। ਸਬਿਓਨ ਦੇ ਇਹ ਪੁੱਤਰ ਸਨ, ਯਾਹ ਤੇ ਅਨਾ। ਅਨਾ ਦਾ ਇੱਕੋ ਪੁੱਤਰ ਦਿਸ਼ੋਨ ਸੀ। ਦਿਸ਼ੋਨ ਦੇ ਇਹ ਪੁੱਤਰ ਸਨ, ਹਮਰਾਨ, ਅਸਥਾਨ, ਜਥਰਾਨ ਤੇ ਕਰਾਨ। ਏਸਰ ਦੇ ਇਹ ਪੁੱਤਰ ਸਨ, ਬਿਲਹਾਨ ਤੇ ਜਵਾਨ ਤੇ ਜਾਕਾਨ। ਦਿਸ਼ੋਨ ਦੇ ਇਹ ਪੁੱਤਰ ਸਨ, ਊਸ਼ ਤੇ ਅਰਾਨ। ਅਦੋਮ ਦੇ ਰਾਜਾ ਇਜ਼ਰਾਈਲੀਆਂ ਦੇ ਅਦੋਮ ਦੇਸ਼ ਵਿੱਚ ਆਉਣ ਤੋਂ ਪਹਿਲਾਂ ਇਹ ਦੋਮੀ ਰਾਜਿਆਂ ਦੇ ਪਿੱਛੋਂ ਇੱਕ ਉੱਤੇ ਹੋਏ ਸਨ। ਦਿਨਹਾਥਾ ਨਿਵਾਸੀ ਤਿਓਰ ਦਾ ਪੁੱਤਰ ਬਲਾ, ਬਸਰਾ ਨਿਵਾਸੀ ਜਰਾ ਦਾ ਪੁੱਤਰ ਜੋਥਾਵ, ਤਮਾਨ ਇਲਾਕੇ ਦਾ ਨਿਵਾਸੀ ਹੁਸ਼ਾਮ, ਵੈਤ ਨਿਵਾਸੀ ਬਦਰ ਦਾ ਪੁੱਤਰ ਹਦਦ, ਉਸ ਦੇ ਮਦਿਆ ਨੂੰ ਮੁਆਬ ਦੇਸ਼ ਵਿੱਚ ਹਰਾਇਆ ਸੀ। ਮਸਰੇਕਾ ਨਿਵਾਸੀ ਸਨਲਾ, ਦਰਿਆ ਦੇ ਕੰਢੇ ਉੱਤੇ ਬਸੇ ਰੋਹਬੋਤ ਨਿਵਾਸੀ ਸਾਊਲ, ਅਕਬੋਰ ਦਾ ਪੁੱਤਰ ਬਹਲਾਨਾਨ, ਪਈ ਨਿਵਾਸੀ ਹਦਦ ਜਿਸ ਦੀ ਰਾਣੀ ਮਹੇਟਵਲ ਸੀ, ਜੋ ਮਟਰੇ ਦੀ ਪੁੱਤਰੀ ਅਤੇ ਮੇਜਹਾਬ ਦੀ ਪੋਤੀ ਸੀ। ਰਾਜਾ ਹਦਦ ਦੇ ਮਰਨ ਦੇ ਪਿੱਛੋਂ ਅਦੋਮ ਇਹਨਾਂ ਸਰਦਾਰਾਂ ਦੇ ਹੇਠ ਵੱਖ-ਵੱਖ ਹਿੱਸਿਆਂ ਵਿੱਚ ਵੰਡਿਆ ਗਿਆ ਸੀ। ਉਮਨਾ, ਅਲਿਆ, ਜਤੇਟ, ਅਹਲੀ, ਬਮਾ, ਫਿਲਾ, ਪਿਨੋਨ, ਕਨਜ, ਤੇਮਾਨ, ਮਿਤਸਾਰ, ਮਗਦੀਏਲ ਅਤੇ ਇਰਾਮ। ਯਸ, ਸੋ ਅਸੀਂ ਇਹ ਦੇਖਦੇ ਪਏ ਆ। ਇਹਦੇ ਵਿੱਚ ਅਸੀਂ ਬੇਸਿਕਲੀ ਕੀ ਦੇਖਿਆ, ਤੇ ਇਸ ਤੋਂ ਪਹਿਲਾਂ ਕਿ ਉਹ ਸਾਰਾ ਇਲਾਕਾ ਜਿਹੜਾ ਸੀਗਾ ਉਹ ਈਸਾਓ ਦੇ ਵੰਸ਼ ਨੂੰ ਦਿੱਤਾ ਗਿਆ, ਜਿਹੜੇ ਉਸ ਤੋਂ ਪਹਿਲਾਂ ਜਿਹੜੇ ਰਾਜੇ ਉੱਥੇ ਜਿਹੜੇ ਲੋਕ ਵਸਦੇ ਸੀਗੇ, ਜਿਨ੍ਹਾਂ ਨੂੰ ਉਸਨੇ ਕੱਢਿਆ ਔਰ ਉੱਥੇ ਜਾ ਕੇ ਉਹ ਵਸਿਆ, ਉਹਨਾਂ ਨੂੰ ਅਸੀਂ ਦੇਖਦੇ ਪਏ। ਔਰ ਪ੍ਰਭੂ ਦੇ ਵਚਨ ਦੇ ਵਿੱਚ ਆਉਂਦਾ ਕਿ ਉਸਨੇ ਉਹਨਾਂ ਇਲਾਕਿਆਂ ਦੇ ਉੱਤੇ ਜਿੱਤ ਪ੍ਰਾਪਤ ਕੀਤੀ ਸੀ, ਔਰ ਪ੍ਰਭੂ ਨੇ ਉਹ ਇਲਾਕੇ ਉਸਨੂੰ ਦੇ ਦਿੱਤੇ ਸੀ। ਸੋ ਉਸਨੇ ਉੱਥੇ ਏਦਮ ਦੇ ਇਲਾਕੇ ਦੇ ਵਿੱਚ, ਅਦੋਮ ਦੇ ਇਲਾਕੇ ਦੇ ਵਿੱਚ ਉਸਨੇ ਆਪਣੇ ਰਾਜ, ਔਰ ਫਿਰ ਜਿਹੜੇ ਅਦੋਮ ਦੇ ਜਿਹੜੇ ਈਸੋ ਦੇ ਟੱਬਰ ਦੇ ਵਿੱਚੋਂ ਜਿਹੜੇ ਗਾਂ ਰਾਜੇ ਹੋਏ, ਉਹਨਾਂ ਨੇ ਉਸ ਇਲਾਕੇ ਨੂੰ ਵਸਾਇਆ। ਸੋ ਅਸੀਂ ਬੇਸਿਕਲੀ ਇਹ ਚੀਜ਼ ਇੱਥੇ ਦੇਖਦੇ ਪਏ ਹਾਂ। ਸੋ ਹੁਣ ਜਿਹੜੀ ਗੱਲ ਆ ਗਈ, ਹੁਣ ਇਹ ਬਾਕੀ ਦੇ ਸਾਰੇ ਇੱਕ ਪਾਸੇ ਹੋ ਗਏ। ਹੁਣ ਸਾਡਾ ਧਿਆਨ ਜਿਹੜਾ ਸੀਗਾ ਉਹ ਯਹੂਦਾ ਦੇ ਵੰਸ਼ ਦੇ ਉੱਤੇ ਲੈ ਕੇ ਆ ਗਿਆ, ਸਾਨੂੰ ਲਿਆਂਦਾ ਗਿਆ। ਸੋ ਯਹੂਦਾ ਜਿਹੜਾ ਸੀਗਾ ਉਹ ਇਸਰਾਇਲ ਦਾ ਇੱਕ ਪੁੱਤਰ ਸੀ, ਚੌਥੇ ਨੰਬਰ ਤੇ ਉਹ ਆਉਂਦਾ ਸੀ। ਠੀਕ, ਗਾਂ ਹੁਣ ਸਾਨੂੰ ਉਹਦੀ ਸੰਤਾਨ ਦੇ ਵੱਲ, ਕਿਉਂਕਿ ਜਿਹੜੀ ਪ੍ਰਭੂ ਦੀ ਜਿਹੜੀ ਲਾਈਨ ਆ, ਉਹ ਕਿਉਂਕਿ ਇਹ ਜਿਹੜਾ ਦੇਖਦੇ ਪਏ ਆ, ਇਹ ਪ੍ਰਭੂ ਯਿਸੂ ਨੂੰ ਨਹੀਂ ਦੇਖਦੇ ਪਏ, ਇਹ ਦੇਖਦੇ ਪਏ ਆ ਦਾਊਦ ਨੂੰ। ਇਤਿਹਾਸ ਦੀ ਜਿਹੜੀ ਪੋਥੀ ਆ, ਪਹਿਲਾ ਇਤਿਹਾਸ ਤੇ ਦੂਸਰਾ ਇਤਿਹਾਸ ਜਿਹੜਾ ਆ, ਇਹ ਸਾਰਾ ਦਾਊਦ ਨੂੰ ਅੱਗੇ ਰੱਖ ਕੇ ਲਿਖਿਆ ਜਾ ਰਿਹਾ ਕਿ ਦਾਊਦ ਤੋਂ ਪਹਿਲਾਂ ਕੌਣ ਆਇਆ, ਦਾਊਦ ਤੋਂ ਬਾਅਦ ਕੌਣ ਆਇਆ, ਔਰ ਫਿਰ ਦਾਊਦ ਦੇ ਘਰਾਣੇ ਦਾ ਰੈਕਡ ਰੱਖਿਆ ਗਿਆ, ਕਿਉਂਕਿ ਦਾਊਦ ਦੇ ਟੱਬਰ ਦੇ ਵਿੱਚੋਂ ਹੀ ਰਾਜਾ ਪੈਦਾ ਹੋਣਾ ਸੀ। ਮਸੀਹ ਨੇ ਦਾਊਦ ਦੇ ਟੱਬਰ ਦੇ ਵਿੱਚੋਂ ਹੀ ਹੋਣਾ ਸੀ। ਸੋ ਇੱਥੇ ਜਿਹੜਾ ਰੱਖਿਆ ਜਾ ਰਿਹਾ, ਅਸੀਂ ਬੇਸ਼ੱਕ ਪ੍ਰਭੂ ਯਿਸੂ ਮਸੀਹ ਨੂੰ ਦੇਖਦੇ ਪਏ, ਪਰ ਇਹ ਜਿਹੜਾ ਇਤਿਹਾਸ ਦਾ ਲੇਖਕ ਆ, ਇਹਨਾਂ ਦਾ ਧਿਆਨ ਸਾਰਾ ਦਾ ਸਾਰਾ ਦਾਊਦ ਤੇ ਲੱਗਾ। ਸੋ ਇਸ ਕਰਕੇ ਉਸਨੇ ਫਟਾਫਟ ਅਬਰਾਹਮ ਤੋਂ ਬਾਅਦ ਇਜ਼ਰਾਈਲ ਔਰ ਇਜ਼ਰਾਈਲ ਦੇ 12 ਕਬੀਲਿਆਂ ਦਾ ਹਾਲੇ ਨਾਂ ਨਹੀਂ ਦੱਸੇ ਹੈਗੇ, ਲੇਕਿਨ
ਉਹ ਫਟਾਫਟ ਸਾਨੂੰ ਯਾਕੂਬ ਦਾ ਜਿਹੜਾ ਪੁੱਤਰ ਯਹੂਦਾ ਸੀਗਾ, ਰਾਈਟ, ਸਿੱਧਾ ਸਾਨੂੰ ਉਹਦੇ ਤੇ ਲੈ ਗਿਆ। ਸੋ ਆਓ ਯਹੂਦਾ ਦਾ ਵੰਸ਼ ਦੇਖੀਏ। ਯਾਕੂਬ ਦੇ ਇਹ 12 ਪੁੱਤਰ ਸਨ, ਰੂਬੇਨ, ਸ਼ਿਮਯੋਨ, ਲੇਵੀ, ਯਹੂਦਾ, ਯਿਸਕਾਰ, ਜ਼ਬੂਲੂਨ, ਦਾਨ, ਯੂਸਫ, ਬਿਨਯਾਮੀਨ, ਨਫਤਾਲੀ, ਗਾਦ ਅਤੇ ਅਸ਼ੇਰ। ਯਹੂਦਾ ਦੀ ਕਨਾਨਨ ਪਤਨੀ ਬਤਸ਼ੂਆ ਤੋਂ ਇਹ 3 ਪੁੱਤਰ ਜੰਮੇ ਸਨ, ਏਰ, ਓਨਾਨ ਅਤੇ ਸ਼ੇਲਾ। ਉਸ ਦੇ ਜੇਠੇ ਪੁੱਤਰ ਏਰ ਨੇ ਪ੍ਰਭੂ ਦੇ ਵਿਰੁੱਧ ਪਾਪ ਕੀਤਾ, ਸੋ ਪ੍ਰਭੂ ਨੇ ਉਸ ਨੂੰ ਮਾਰ ਦਿੱਤਾ ਸੀ। ਉਸ ਦੀ ਨੂੰਹ ਤਾਮਾਰ ਨੇ ਉਸ ਦੇ ਲਈ 2 ਪੁੱਤਰਾਂ ਨੂੰ ਜਨਮ ਦਿੱਤਾ, ਪਰਸ ਅਤੇ ਜ਼ਰਾ। ਸਭ ਮਿਲ ਕੇ ਯਹੂਦਾ ਦੀ 5 ਪੁੱਤਰ ਸਨ। ਪਰਸ ਦੇ ਇਹ ਪੁੱਤਰ ਸਨ, ਹਸਰੋਨ ਤੇ ਹਾਮੂਲ। ਜਰੇ ਦੇ ਇਹ ਪੁੱਤਰ ਸਨ, ਜ਼ਿਮਰੀ, ਏਥਾਨ, ਹੇਮਾਨ, ਕੇਲਕੋਨ ਤੇ ਦਾਰਾ। ਕਰਮੀ ਦਾ ਪੁੱਤਰ ਆਕਾਰ ਸੀ, ਜਿਸ ਨੇ ਪ੍ਰਭੂ ਨੂੰ ਅਰਪਿਤ ਕੀਤਾ, ਲੁੱਟ ਦਾ ਮਾਲ ਲੁਕਾ ਕੇ ਪਾਪ ਕੀਤਾ ਸੀ ਅਤੇ ਇਸਰਾਏਲ ਉੱਤੇ ਪ੍ਰਭੂ ਦੀ ਮਾਰ ਪਈ ਸੀ। ਏਥਾਨ ਦੇ ਇੱਕੋ ਪੁੱਤਰ ਅਜ਼ਰਿਆ ਸੀ। ਹਸਰੋਨ ਦੇ ਇਹ ਪੁੱਤਰ ਸਨ, ਜਰਮਹੇਲ, ਰਾਮ ਤੇ ਕਲੂਬਾਈ। ਰਾਮ ਤੋਂ ਯਸੀ ਤੱਕ ਦਾ ਵੰਸ਼ ਇਸ ਤਰ੍ਹਾਂ ਨਾਲ ਹੈ। ਰਾਮ ਅਮੀਨਾਦਾਬ, ਨਹਿਸ਼ੋਨ। ਯਹੂਦਾ ਵਿੱਚ ਇੱਕ ਪ੍ਰਸਿੱਧ ਮਨੁੱਖ ਸੀ, ਸ਼ਲਮਾ, ਬੋਅਜ਼, ਓਬੇਦ ਤੇ ਜੱਸੀ। ਜੱਸੀ ਦੀ ਉਮਰ ਦੇ ਹਿਸਾਬ ਨਾਲ ਤਰਤੀਬ ਬਾਰੇ 7 ਪੁੱਤਰ ਸਨ, ਅਲੀਆਬ, ਅਬੀਨਾਦਾਬ, ਸਿਮਿਆ, ਨਥੀਅਲ, ਰਦਈ, ਓਸਮ ਤੇ ਦਾਊਦ। ਉਸ ਦੀਆਂ 2 ਪੁੱਤਰੀਆਂ ਸਨ, ਸਰੂਆ ਅਤੇ ਅਬੀਗੈਲ। ਜੱਸੀ ਦੀ ਪੁੱਤਰੀ ਸਰੂਆ ਦੇ ਇਹ ਪੁੱਤਰ ਸਨ, ਅਬਸ਼ਈ, ਜੋਆਬ ਅਤੇ ਅਸਾਹੇਲ। ਉਸ ਦੀ ਦੂਜੀ ਪੁੱਤਰੀ ਅਬੀਗੈਲ ਨੇ ਇਸਮਾਇਲ ਵੰਸ਼ ਵਿੱਚ ਜਤਨ ਨਾਂ ਦੇ ਆਦਮੀ ਨਾਲ ਵਿਆਹ ਕੀਤਾ ਸੀ ਅਤੇ ਉਸਨੇ ਇੱਕ ਪੁੱਤਰ ਨੂੰ ਜਨਮ ਦਿੱਤਾ, ਜਿਸ ਦਾ ਨਾਂ ਅਮਾਸਾ ਸੀ। ਹਸਰੋਨ ਦੇ ਪੁੱਤਰ ਕਾਲੇਬ ਅਤੇ ਅਜ਼ੂਬਾਦ ਨਾਂ ਦੀ ਔਰਤ ਨਾਲ ਵਿਆਹ ਕੀਤਾ ਅਤੇ ਉਸਨੇ ਇੱਕ ਪੁੱਤਰੀ ਨੂੰ ਜਨਮ ਦਿੱਤਾ, ਜਿਸ ਦਾ ਨਾਂ ਜਰੀਓਤ ਸੀ। ਉਸਦੇ ਇਹ ਪੁੱਤਰ ਸਨ, ਜੇਸ਼ਰ, ਸੋਬਾਤ ਅਤੇ ਅਰੀਦੋਨ। ਅਜੂਬਾ ਦੀ ਮੌਤ ਤੋਂ ਪਿੱਛੋਂ ਕਾਲੇਬ ਅਤੇ ਅਫਰਾਤ ਨਾਂ ਦੀ ਔਰਤ ਨਾਲ ਵਿਆਹ ਕੀਤਾ। ਉਸ ਤੋਂ ਕਾਲੇਬ ਦੇ ਘਰ ਇੱਕ ਹੂਰ ਪੈਦਾ ਹੋਇਆ। ਹੂਰ ਦਾ ਪੁੱਤਰ ਊਰੀ ਅਤੇ ਉਸਦਾ ਪੋਤਾ ਬਸਲੇਲ। ਜਦੋਂ ਹਸਰੋਨ 60 ਸਾਲਾਂ ਦਾ ਹੋਇਆ ਤਾਂ ਉਸਨੇ ਮਾਕੀਰ ਦੀ ਪੁੱਤਰੀ ਗਿਲਿਆਦ ਦੀ ਭੈਣ ਨਾਲ ਵਿਆਹ ਕੀਤਾ ਤੇ ਉਹਨਾਂ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ, ਜਿਸ ਦਾ ਨਾਂ ਸਗੂਤ ਸੀ। ਸਗੂਤ ਦਾ ਪੁੱਤਰ ਯਾਈਰ ਸੀ, ਜਿਸ ਦਾ ਗਿਲਿਆਦ ਦੇ 23 ਨਗਰਾਂ ਦੇ ਉੱਤੇ ਅਧਿਕਾਰ ਸੀ। ਪਰ ਸ਼ਗੂਰ ਤੇ ਆਰਾਮ ਦੇ ਰਾਜਿਆਂ ਨੇ 60 ਨਗਰ ਜਿੱਤ ਲਏ, ਜਿਸ ਵਿੱਚ ਯਾਈਰ ਤੇ ਕਨਾਤ ਦੇ ਨਗਰ ਤੇ ਪਿੰਡ ਅਤੇ ਹੋਰ ਨੇੜੇ ਦੇ ਨਗਰ ਵੀ ਸਨ। ਇਹ ਸਭ ਇਲਾਕੇ ਦੇ ਨਿਵਾਸੀ ਮਾਕੀਰ ਦੇ ਵੰਸ਼ ਵਿੱਚੋਂ ਸਨ। ਹਸਰੋਨ ਦੀ ਮੌਤ ਦਾ ਪਿੱਛੋਂ ਤਾਂ ਉਸਦੇ ਪੁੱਤਰ ਕਾਲੇਬ ਨੇ ਉਸਦੀ ਵਿਧਵਾ ਅਫਰਾਤ ਨਾਲ ਵਿਆਹ ਕਰ ਲਿਆ। ਤਦ ਕਾਲੇਬ ਅਤੇ ਅਫਰਾਤ ਦੇ ਘਰ ਉਹਨਾਂ ਦੇ ਪੁੱਤਰ ਅਸ਼ਹੂਰ ਨੇ ਜਨਮ ਲਿਆ, ਜਿਸ ਨੇ ਅੱਗੇ ਜਾ ਕੇ ਤਕੋਆ ਨਗਰ ਨੂੰ ਬਸਾਇਆ ਸੀ। ਹਸਰੋਨ ਦੇ ਜੇਠੇ ਪੁੱਤਰ ਯਰਮੇਲ ਨੇ ਇਹ 5 ਪੁੱਤਰ ਸਨ, ਰਾਮ, ਬੁਨਾ, ਓਰਨ, ਊਸਮ ਅਤੇ ਅਹਿਯਾਹੇ। ਰਾਮ ਦੇ ਇਹ 3 ਪੁੱਤਰ ਸਨ, ਮੈਲਸ, ਯਾਮੀਨ ਤੇ ਏਕਰ। ਯਰਹਮੇਲ ਨੇ ਅਟਾਰਾ ਨਾਂ ਦੀ ਇੱਕ ਹੋਰ ਔਰਤ ਨਾਲ ਵਿਆਹ ਕੀਤਾ, ਜਿਸ ਦੇ ਦੁਆਰਾ ਉਸਦੇ ਘਰ ਓਨਾਮ ਨਾਂ ਦੇ ਪੁੱਤਰ ਨੇ ਜਨਮ ਲਿਆ ਸੀ। ਓਨਾਮ ਦੇ ਇਹ 2 ਪੁੱਤਰ ਸਨ, ਸ਼ਮਈ ਤੇ ਯਾਦਸਨ। ਸ਼ਮਈ ਦੇ ਇਹ 2 ਪੁੱਤਰ ਸਨ, ਨਾਦਾਬ ਤੇ ਅਬੀਸ਼ੂਰ। ਅਬੀਸ਼ੂਰ ਦੀ ਪਤਨੀ ਦਾ ਨਾਂ ਅਬੀਗੈਲ ਸੀ, ਜਿਸ ਤੋਂ ਉਸਦੇ ਇਹ 2 ਪੁੱਤਰ ਸਨ, ਇਹਤਾਨ ਅਤੇ ਮੌਲੀਦ। ਨਾਦਾਬ ਦੇ ਇਹ ਪੁੱਤਰ ਸਨ, ਸਲਦ ਅਤੇ ਅਪਿਅਮ। ਸਲਦ ਦੀ ਕੋਈ ਸੰਤਾਨ ਨਹੀਂ ਸੀ। ਅਪਿਅਮ ਦਾ ਪੁੱਤਰ ਜੇਸ਼ਈ ਸੀ। ਜੇਸ਼ਈ ਦਾ ਪੁੱਤਰ ਸ਼ੇਸ਼ਾਨ ਅਤੇ ਸ਼ੇਸ਼ਾਨ ਦਾ ਅਹਲਈ ਸੀ। ਸ਼ਮਈ ਦੇ ਭਰਾ ਯਾਦਾ ਦੇ ਇਹ 2 ਪੁੱਤਰ ਸਨ, ਯਥਰ ਅਤੇ ਯੋਨਾਥਾਨ। ਯਥਰ ਬਿਨਾਂ ਸੰਤਾਨ ਦੇ ਹੀ ਮਰ ਗਿਆ ਸੀ। ਯੋਨਾਥਾਨ ਦੇ ਇਹ ਪੁੱਤਰ ਸਨ, ਪਲਤ ਤੇ ਜਾਜਾ। ਇਹ ਸਭ ਯਹਮੇਲ ਦੇ ਵੰਸ਼ ਸੀ। ਸ਼ੇਸ਼ਾਨ ਦੀਆਂ ਕੇਵਲ ਪੁੱਤਰੀਆਂ ਸਨ, ਪਰ ਉਸਦਾ ਇੱਕ ਮਿਸਰੀ ਨੌਕਰ ਸੀ, ਜਿਸ ਦਾ ਨਾਂ ਯਰਹਾ ਸੀ। ਉਸਨੇ ਆਪਣੀ ਇੱਕ ਪੁੱਤਰੀ ਦਾ ਵਿਆਹ ਯਰਹਾ ਨਾਲ ਕਰ ਦਿੱਤਾ ਤੇ ਉਹਨਾਂ ਦੇ ਘਰ ਇੱਕ ਪੁੱਤਰ ਜੰਮਿਆ, ਜਿਸ ਦਾ ਨਾਂ ਅਤਈ ਸੀ। ਅੱਗੇ ਅਤਈ ਤੋਂ ਅਲੀਸ਼ਾਮਾ ਤੱਕ ਉਸਦੇ ਵੰਸ਼ ਦਾ ਲੇਖਾ ਇਸ ਤਰ੍ਹਾਂ ਨਾਲ ਸੀ, ਅਤਈ, ਨਾਥਾਨ, ਜਾਬਾਦ, ਅਫਲਾਲ, ਓਬੇਦ, ਯੇਹੂ, ਅਜਰਿਆ, ਹਲਸੇ, ਅਲਸਾ, ਸ਼ਸਮਾਈ, ਸਲੋਮ, ਜਕਮਾਇਆ ਅਤੇ ਅਲੀਸ਼ਾਮਾ। ਕਾਲੇਬ ਦੇ ਜੇਠੇ ਪੁੱਤਰ ਯਹਮੇਲ ਦੇ ਭਰਾ ਦਾ ਨਾਮ ਮੇਸ਼ਾ ਸੀ। ਮੇਸ਼ਾ ਦਾ ਜੇਠਾ ਪੁੱਤਰ ਜੀਫ ਸੀ। ਜੀਫ ਦਾ ਪੁੱਤਰ ਮਾਰੇਸ਼ਾ ਅਤੇ ਮਾਰੇਸ਼ਾ ਦਾ ਪੁੱਤਰ ਹਬਰੋਨ ਸੀ।
ਹੈਬਰੋਨ ਦੇ ਇਹ ਪੁੱਤਰ ਸਨ, ਕੋਰਹ, ਤਪੂਆ, ਰਕਮ ਤੇ ਸ਼ਮਾ। ਸ਼ਮਾ ਦਾ ਪੁੱਤਰ ਰਹਿਮ ਸੀ ਅਤੇ ਰਹਿਮ ਦਾ ਪੁੱਤਰ ਯਰਕਆਮ ਸੀ। ਰਕਮ ਦਾ ਪੁੱਤਰ ਸ਼ਮਈ ਸੀ। ਸ਼ਮਈ ਦਾ ਪੁੱਤਰ ਮਾਯੋਨ ਅਤੇ ਮਾਯੋਨ ਦਾ ਬੈਤਸੂਰ ਸੀ। ਕਾਲੇਬ ਦੀ ਇੱਕ ਰਕੇਲ ਏਫਾ ਨਾਂ ਦੀ ਸੀ, ਜਿਸ ਤੋਂ ਉਸਦੇ ਘਰ ਇਹ 3 ਪੁੱਤਰ ਜੰਮੇ, ਹਾਰਾਨ, ਮੂਸਾ ਤੇ ਗਾਜ਼ੀਜ਼। ਹਾਰਾਨ ਦਾ ਪੁੱਤਰ ਵੀ ਗਾਜ਼ੀਰ ਨਾਂ ਦਾ ਸੀ। ਯਹਦਈ ਨਾਂ ਦੇ ਮਨੁੱਖ ਦੇ ਇਹ ਪੁੱਤਰ ਸਨ, ਰਗਮ, ਜੋਥਾਮ, ਗੇਸ਼ਾਨ, ਪਲਟ, ਏਫਾ ਅਤੇ ਸ਼ਾਇਫ। ਕਾਲੇਬ ਦੀ ਇੱਕ ਹੋਰ ਰਕੇਲ ਸੀ ਮਾਕਾ, ਜਿਸ ਤੋਂ ਉਸਦੇ ਘਰ ਇਹ ਪੁੱਤਰ ਜੰਮੇ, ਸ਼ਬਰ ਤੇ ਤਿਰਹਾਨਾ। ਪਿੱਛੋਂ ਉਸਦੇ 2 ਪੁੱਤਰ ਹੋਰ ਜੰਮੇ, ਸ਼ਾਅਫ, ਜਿਸਨੇ ਮਦਮਨਾ ਨਾਂ ਦੇ ਨਗਰ ਦੀ ਨੀਂਹ ਰੱਖੀ ਸੀ, ਅਤੇ ਸ਼ਬਾ, ਜਿਸਨੇ ਮਕਵੇਨ ਤੋਂ ਗਿਬਿਆ ਨਗਰ ਬਸਾਏ ਸਨ। ਕਾਲੇਬ ਦੀ ਅਕਸਾ ਨਾਂ ਦੀ ਇੱਕ ਪੁੱਤਰੀ ਵੀ ਸੀ, ਇਹ ਵੀ ਕਾਲੇਬ ਦਾ ਵੰਸ਼ ਸੀ। ਕਾਲੇਬ ਅਤੇ ਉਸਦੀ ਪਤਨੀ ਅਫਰਾਥਾ ਦਾ ਜੇਠਾ ਪੁੱਤਰ ਹੂਰ ਸੀ। ਹੂਰ ਦੇ ਪੁੱਤਰ ਸ਼ੋਬਾਲ ਨੇ ਕਿਰਿਅਤ ਯਾਰੀਮ ਦੀ ਨੀਂਹ ਰੱਖੀ ਸੀ। ਹੂਰ ਦੇ ਦੂਜੇ ਪੁੱਤਰ ਸਾਲਮਾ ਅਤੇ ਬੈਤਲਹਮ ਨਗਰ ਨੇ ਸਾਲਮਾ ਨੇ ਬੈਤਲਹਮ ਨਗਰ ਦੀ ਨੀਂਹ ਰੱਖੀ ਸੀ, ਅਤੇ ਤੀਜੇ ਪੁੱਤਰ ਹਾਰੇਤ ਨੇ ਬੈਤਗਾਦੇਰ ਨਗਰ ਦੀ। ਕਿਰਿਅਤ ਯਾਰੀਮ ਦੀ ਨੀਂਹ ਰੱਖਣ ਵਾਲੇ ਸ਼ੋਆਲ ਤੋਂ ਇਹ ਕੁਲਾਂ ਅੱਗੇ ਚੱਲੀਆਂ ਸਨ। ਹਾਰੋਆ ਅਤੇ ਮਨਹੋਤ ਨੇ ਦੇ ਅੱਧੇ ਲੋਕ। ਕਿਰਿਅਤ ਯਾਰੀਮ ਵਿੱਚ ਇਹਨਾਂ ਕੁਲਾਂ ਦੇ ਲੋਕ ਰਹਿੰਦੇ ਸਨ, ਜਿਥਰੀ, ਪੁਥੀ, ਸੋਮਾਤੀ ਤੇ ਮਿਸ਼ਰਾਈ। ਸਾਰਾਥੀ ਤੇ ਅਸ਼ਤਾਉਲ ਨਿਵਾਸੀ ਲੋਕਾਂ ਦਾ ਸੰਬੰਧ ਵੀ ਇਹਨਾਂ ਕੁਲਾਂ ਨਾਲ ਹੀ ਸੀ। ਸਾਲਮਾ, ਜਿਸਨੇ ਬੈਤਲਹਮ ਨਗਰ ਦੀ ਨੀਂਹ ਰੱਖੀ ਸੀ, ਉਸ ਤੋਂ ਇਹ ਕੁਲਾਂ ਅੱਗੇ ਚੱਲੀਆਂ ਸਨ। ਨਟੂਫਾਤੀ, ਅਟਰੋਜ਼, ਯੋਆਬ ਅਤੇ ਮਨਹਤੀ ਲੋਕਾਂ ਦਾ ਅੱਧਾ ਹਿੱਸਾ ਅਤੇ ਸਾਰਾਈ ਲਿਖਾਰੀ ਯਵਨ ਨਗਰ ਵਿੱਚ ਵਸਦੇ ਸਨ, ਜੋ ਇਹਨਾਂ ਕੁਲਾਂ ਵਿੱਚੋਂ ਸਨ। ਤੀਰ ਆਦਿ, ਸ਼ਿਮਆਤੀ ਅਤੇ ਸੁਕਾਥੀ ਇਹ ਕੀਨੀ ਲੋਕ ਸਨ, ਜਿਨ੍ਹਾਂ ਦਾ ਸੰਬੰਧ ਰੇਕਾਬ ਵੰਸ਼ ਦੇ ਪੁਰਖੇ ਹਮਤ ਨਾਲ ਸੀ। ਆਮੀਨ। ਹੁਣ ਅਸੀਂ ਕੀ ਦੇਖਦੇ ਪਏ ਹਾਂ? ਸਾਡਾ ਧਿਆਨ ਕਾਲੇਬ ਦੇ ਵੰਸ਼ ਦੇ ਉੱਤੇ ਵੀ ਲਿਆਂਦਾ ਗਿਆ। ਕਾਲੇਬ ਇੱਕ ਐਸਾ ਇਨਸਾਨ ਸੀਗਾ ਜਾਸ਼ੂਆ ਦੇ ਨਾਲ, ਯਹੋਸ਼ੂਆ ਦੇ ਨਾਲ, ਜਿਸ ਨੇ ਜਿਸ ਵੇਲੇ ਇਹ ਵਾਅਦੇ ਦੀ ਧਰਤੀ ਨੂੰ ਦੇਖਣ ਆਏ ਤਾਂ ਉਹਨਾਂ ਨੇ ਹਰੇਕ ਕਬੀਲੇ ਦੇ ਵਿੱਚੋਂ ਜਿਸ ਤਰ੍ਹਾਂ ਕਿ ਇੱਕ ਬੰਦਾ ਚੁਣ ਕੇ ਘੱਲਿਆ, ਲੇਕਿਨ ਇਹ 2 ਐਸੇ ਸੀਗੇ ਜਿਨ੍ਹਾਂ ਨੇ ਕਿਹਾ ਕਿ ਨਹੀਂ, ਅਸੀਂ ਉਸ ਧਰਤੀ ਤੇ ਕਬਜ਼ਾ ਕਰ ਸਕਦੇ, ਸਾਡਾ ਪ੍ਰਭੂ ਸਾਡੇ ਨਾਲ। ਜਿਨ੍ਹਾਂ ਦਾ ਧਿਆਨ ਪਿੱਛੇ ਨੂੰ ਗਿਆ ਕਿ ਪ੍ਰਭੂ ਨੇ ਅੱਜ ਤੱਕ ਸਾਡੇ ਨਾਲ ਕੀ ਕੀਤਾ ਔਰ ਸਾਨੂੰ ਅੱਗੇ ਲੈ ਕੇ ਜਾ ਸਕਦਾ। ਲੇਕਿਨ ਜਿਹੜੇ ਬਾਕੀ ਦੇ ਸੀਗੇ, ਉਹ ਸਿਰਫ ਮਿਰਾਕਲ ਤੋਂ ਮਿਰਾਕਲ ਤੱਕ ਜੀਣ ਵਾਲੇ ਸੀ। ਜੇ ਨਹੀਂ ਹੋਇਆ ਤਾਂ ਤਰੋਣ ਧੋਣ ਪਾਤਾ, ਜੇ ਮਿਰਾਕਲ ਹੋ ਗਿਆ ਤੇ ਉਹ ਪ੍ਰਭੂ ਨੂੰ ਇੱਕ ਤਰ੍ਹਾਂ ਦਾ ਯੂਜ਼ ਕਰਦੇ ਸੀ। ਲੇਕਿਨ ਇਹ ਸ਼ੁਕਰਗੁਜ਼ਾਰੀ ਵਾਲੇ ਲੋਕ ਸੀ। ਸੋ ਸਾਨੂੰ ਇਸ ਕਰਕੇ ਸਾਨੂੰ ਹਸਰੋਨ ਦਾ ਖਾਨਦਾਨ, ਖਾਸ ਕਰਕੇ ਸਾਨੂੰ ਕਾਲੇਬ ਦੇ ਵੰਸ਼ ਦੇ ਬਾਰੇ ਦੱਸਿਆ ਗਿਆ ਕਿ ਕਾਲੇਬ ਦੇ ਵੰਸ਼ ਨੇ ਕਿਹੜੇ ਕਿਹੜੇ ਨਗਰ ਬਸਾਏ। ਬੈਤਲਹਮ, ਜਿੱਥੋਂ ਪ੍ਰਭੂ ਯਿਸੂ ਮਸੀਹ ਦਾ ਜਨਮ ਹੋਇਆ ਸੀ, ਬੈਤਲਹਮ ਦੇ ਬਾਰੇ ਸਾਨੂੰ ਦਿਖਾਇਆ ਗਿਆ। ਸੋ ਇਹ ਸਾਰੇ ਯਹੂਦਾ ਦਾ ਖਾਨਦਾਨ ਸਾਨੂੰ ਇੱਥੇ ਸਾਰਾ ਦਿਖਾਇਆ ਗਿਆ ਔਰ ਸਾਡਾ ਖਾਸ ਧਿਆਨ ਕਾਲੇਬ ਦੇ ਉੱਤੇ ਲਿਆਂਦਾ ਗਿਆ। ਔਰ ਸੋ ਪ੍ਰਭੂ ਦੇ ਵਚਨ ਦੇ ਵਿੱਚ ਜਿਹੜੀ ਅਸੀਂ ਦੇਖਦੇ ਪਏ ਹਾਂ, ਅਸੀਂ ਹੁਣ ਕਿੰਨੀਆਂ ਚੀਜ਼ਾਂ ਬਾਈਪਾਸ ਹੋ ਗਈਆਂ। ਹਾਲੇ ਤੱਕ ਸਾਨੂੰ ਮੂਸਾ ਦੇ ਬਾਰੇ ਕੁਛ ਨਹੀਂ ਦੱਸਿਆ ਗਿਆ। ਉਹ ਗਾਂ ਜਿਹੜੇ ਪ੍ਰੋਤਾਂ ਦੇ ਬਾਰੇ ਦੱਸਣਾ ਤੇ ਸਾਨੂੰ ਦੱਸਣਾ, ਹੜ ਦੇ ਬਾਰੇ ਸਾਨੂੰ ਕੁਛ ਨਹੀਂ ਦੱਸਿਆ ਗਿਆ, ਉਹ ਬਾਈਪਾਸ ਹੋ ਗਿਆ। ਰਾਈਟ। ਸੋ ਸਾਡਾ ਧਿਆਨ ਸਿੱਧਾ, ਅਗਰ ਤੁਸੀਂ ਦੇਖੋ ਤਾਂ ਸਾਡਾ ਧਿਆਨ ਦਾਊਦ ਔਰ ਦਾਊਦ ਦੇ ਖਾਨਦਾਨ ਦੇ ਵੱਲ ਨੂੰ ਲੈ ਕੇ ਜਾਇਆ ਜਾ ਰਿਹਾ। ਤੇ ਇਸ ਤੋਂ ਪਹਿਲਾਂ ਅਸੀਂ ਅੱਗੇ ਸ਼ੁਰੂ ਹੋਈਏ। ਹੁਣ ਰਾਜਾ ਦਾਊਦ ਦੀ ਸੰਤਾਨ ਔਰ ਫਿਰ ਸੁਲੇਮਾਨ ਦੀ ਸੰਤਾਨ, ਇਹ ਸਾਰੀਆਂ ਹੁਣ ਆਉਣਗੀਆਂ। ਆਓ ਆਪਾਂ ਯਕਾਨਿਆ ਦੀ ਸੰਤਾਨ, ਸੋ ਆਓ ਤੀਸਰਾ ਚੈਪਟਰ, ਪਹਿਲਾਂ ਇਸ ਨੂੰ ਦੇਖਦੇ ਹਾਂ ਅਸੀਂ 9ਵੀਂ ਆਇਤ। ਰਾਜਾ ਦਾਊਦ ਦੀ ਸੰਤਾਨ। ਦਾਊਦ ਦੇ ਇਹ ਪੁੱਤਰ ਹਬਰੋਨ ਵਿੱਚ ਉਸਦੀਆਂ ਵੱਖ-ਵੱਖ ਪਤਨੀਆਂ ਤੋਂ ਪੈਦਾ ਹੋਏ ਸਨ। ਉਮਰ ਦੇ ਹਿਸਾਬ ਨਾਲ ਤਰਤੀਬ ਬਾਰ ਉਹਨਾਂ ਦੇ ਨਾਂ ਇਸ ਤਰ੍ਹਾਂ ਨਾਲ ਹੈ। ਅਮਨੋਨ, ਜੋ ਦਾਊਦ ਦਾ ਜੇਠਾ ਪੁੱਤਰ ਸੀ,
ਜਿਸ ਦੀ ਮਾਂ ਜਜਰਾਇਲ ਨਿਵਾਸੀ ਅਹੀਨੋਮ ਸੀ। ਦਾਨੀਅਲ ਜਿਸ ਦੀ ਮਾਂ ਕਰਮਲ ਨਿਵਾਸੀ ਐਬੀਗੈਲ। ਅਬਸ਼ਲੋਮ ਜਿਸ ਦੀ ਮਾਂ ਮਇਕਾ ਬਸ਼ੂਰ ਦੇ ਰਾਜਾ ਤਲਮਈ ਦੀ ਪੁੱਤਰੀ ਸੀ। ਅਦੋਨੀ ਯਾ ਜਿਸ ਦੀ ਮਾਂ ਹਗੀਤ ਸੀ। ਸ਼ਪਟ ਯਾ ਜਿਸ ਦੀ ਮਾਂ ਅਬੀਟਾਲ ਸੀ। ਜਥਰਿਆਮ ਜਿਸ ਦੀ ਮਾਂ ਅਲਗਾ ਸੀ। ਸੋ ਦਾਊਦ ਦੇ ਇਹਨਾਂ 6 ਪੁੱਤਰਾਂ ਦਾ ਜਨਮ ਹਬਰੋਨ ਵਿੱਚ ਹੋਇਆ, ਜਿੱਥੇ ਰਹਿ ਕੇ ਦਾਊਦ ਨੇ 7.5 ਸਾਲ ਰਾਜ ਕੀਤਾ ਸੀ। ਤਦ ਯਰੂਸ਼ਲਮ ਵਿੱਚ ਰਹਿ ਕੇ ਦਾਊਦ ਨੇ 33 ਸਾਲ ਰਾਜ ਕੀਤਾ ਅਤੇ ਉੱਥੇ ਉਸਦੇ ਘਰ ਬਹੁਤ ਸਾਰੇ ਪੁੱਤਰਾਂ ਨੇ ਜਨਮ ਲਿਆ। ਉਸਦੀ ਪਤਨੀ ਬਤਸ਼ੂਆ ਜੋ ਅਮੀਏਲ ਦੀ ਪੁੱਤਰੀ ਸੀ ਨੇ ਉਸ ਦੇ ਲਈ ਇਹਨਾਂ 4 ਪੁੱਤਰਾਂ ਨੂੰ ਜਨਮ ਦਿੱਤਾ, ਸ਼ੇਮਾ, ਸ਼ਵਾਬ, ਨਤਨ ਤੇ ਸੁਲੇਮਾਨ। ਉਸਦੇ ਇਹ 9 ਹੋਰ ਪੁੱਤਰ ਸਨ, ਜਬੂਹਾਰ, ਅਲੀਸ਼ਾਮਾ, ਅਲੀਫਾਟਾ, ਅਲੀਫਾਲਰ, ਆਲਬ, ਨੋਗਾ, ਨਫਰਾ, ਜਾਫੀਆ, ਅਲੀਸ਼ਾਮਾ, ਅਲੀਆਦਾ ਤੇ ਅਲੀਫਲਰ। ਇਹਨਾਂ ਤੋਂ ਇਲਾਵਾ ਦਾਊਦ ਦੇ ਕੁਝ ਪੁੱਤਰ ਉਸਦੀਆਂ ਰਖੀਲਾਂ ਤੋਂ ਸਨ ਅਤੇ ਉਸਦੀ ਇੱਕ ਪੁੱਤਰੀ ਤਮਾਰ ਵੀ ਸੀ। ਇੱਕ ਪੁੱਤਰੀ ਤਮਾਰ ਵੀ ਸੀ। ਸੋ ਸਾਡਾ ਸਾਰਾ ਦਾ ਸਾਰਾ ਜਿਹੜਾ ਧਿਆਨ ਹੈ ਉਹ ਦਾਊਦ ਦੇ ਪੁੱਤਰਾਂ ਦੇ ਵੱਲ ਨੂੰ ਲੈ ਕੇ ਆਇਆ ਜਾ ਰਿਹਾ। ਔਰ ਕਿਉਂਕਿ ਦਾਊਦ ਦੇ ਜਿਹੜੇ ਦਾਊਦ ਤੋਂ ਗਾਂ 2 ਲਾਈਨਾਂ ਚੱਲੀਆਂ। ਇੱਕ ਲਾਈਨ ਜਿਹੜੀ ਚੱਲੀ ਆ ਉਹ ਅਸੀਂ ਜਿਸ ਦੇ ਵਿੱਚ ਅਸੀਂ ਦੇਖਣਾ ਹੈਗਾ ਕਿ ਯੂਸਫ ਨੇ ਹੋਣਾ, ਔਰ ਦੂਜੀ ਲਾਈਨ ਆ ਜਿਸ ਦੇ ਵਿੱਚ ਮਰੀਅਮ ਨੇ। ਠੀਕ। ਸੋ ਹੁਣ ਸੁਲੇਮਾਨ ਤੇ ਅਸੀਂ ਆ ਜਾਂਦੇ ਹਾਂ, ਕਿਉਂਕਿ ਅਗਰ ਜਿਸਲੇ ਅਸੀਂ ਪ੍ਰਭੂ ਦੀ ਲਾਈਨਾਂ ਨੂੰ ਪੜ੍ਹਦੇ ਆ ਨਾ ਤਾਂ ਸੁਲੇਮਾਨ ਤੱਕ ਤਾਂ ਸਾਰੇ ਇੱਕੋ ਜਿਹੇ ਨਾਮ, ਲੇਕਿਨ ਸੁਲੇਮਾਨ ਤੋਂ ਬਾਅਦ ਜਾ ਕੇ ਲਾਈਨ ਬਦਲ ਜਾਂਦੀ। ਲੂਕ ਜਿਹੜੀ ਹੈਗਾ ਉਹ ਸੁਲੇਮਾਨ ਤੋਂ ਦੂਸਰੀ ਲਾਈਨ ਨੂੰ ਲੈ ਕੇ ਆਉਂਦਾ ਪਿਆ, ਜਦਕਿ ਮੱਤੀ ਜਿਹੜਾ ਹੈਗਾ ਉਹ ਸੁਲੇਮਾਨ ਦੇ ਪੁੱਤਰ ਰਹਬੋਆਮ ਤੋਂ ਉਹ ਲਾਈਨ ਨੂੰ ਲੈ ਕੇ ਆਉਂਦਾ ਪਿਆ। ਸੋ ਆਓ ਰਾਜਾ ਸੁਲੇਮਾਨ ਦੀ ਸੰਤਾਨ ਨੂੰ ਦੇਖੀਏ। ਰਾਜਾ ਸੁਲੇਮਾਨ ਦੀ ਸੰਤਾਨ ਦਾ ਲੇਖਾ ਉਸ ਤੋਂ ਅੱਗੇ ਚੱਲੀਆਂ 17 ਪੀੜ੍ਹੀਆਂ ਤੱਕ ਇਸ ਤਰ੍ਹਾਂ ਨਾਲ ਹੈ। ਸੁਲੇਮਾਨ, ਰਹਬਾਮ, ਅਬੀਆ, ਆਸ਼ਾ, ਯਹੋਸ਼ਾਫਾਟ, ਜੋਰਾਮ, ਹਜਾਮ, ਜੋਆਸ਼, ਅਮਸਯਾ, ਅਜਰਸ਼ਾ, ਜੋਥਾਮ, ਆਹਾਜ, ਹਜਕੀਆ, ਮਨਸ਼ਿਆ, ਅਮੋਨ ਤੇ ਜੋਸਿਆ ਦੇ ਅੱਗੇ 4 ਪੁੱਤਰ ਸਨ, ਯੋਹਨਾਨ, ਯਹੋਜਕੀਮ, ਸਦਕੀਆ ਤੇ ਜਕੀਮ ਦੇ 2 ਪੁੱਤਰ ਸਨ, ਜਕਾਨਿਆ ਤੇ ਸਦਕੀਆ। ਰਾਜਾ ਜਕਨਿਆ ਦੀ ਸੰਤਾਨ ਨਹੀਂ ਪੜਦਾ ਬਸ। ਹਾਂ, ਇੱਥੇ ਠੀਕ ਹੈ। ਸੋ ਹੁਣ ਅਸੀਂ ਕੀ ਦੇਖਦੇ ਪਏ ਹਾਂ? ਅਸੀਂ ਇੱਥੇ ਸੁਲੇਮਾਨ ਦੀ ਸੰਤਾਨ ਦਾ ਲੇਖਾ ਉੱਥੇ ਤੱਕ ਦੇਖਿਆ ਜਿੱਥੇ ਤੱਕ ਪਹਿਲਾਂ 10 ਆਇਤ ਤੋਂ ਲੈ ਕੇ 16 ਆਇਤ ਤੱਕ ਉਹਨਾਂ ਨੇ ਰਾਜ ਕੀਤਾ ਯਹੂਦਾ ਦੇ ਵਿੱਚ। ਪਹਿਲਾਂ ਸਾਰੇ ਇਜ਼ਰਾਈਲ ਤੇ ਉਹਨਾਂ ਦਾ ਰਾਜ ਸੀ, ਠੀਕ। ਔਰ ਫਿਰ ਉਹਨਾਂ ਨੇ ਯਹੂਦਾ ਦੇ ਉੱਤੇ ਰਾਜ ਕੀਤਾ। ਸੋ ਅਸੀਂ ਇਹ ਸਾਰੇ ਰਾਜਿਆਂ ਦੇ ਨਾਮ ਪੜ੍ਹ ਚੁੱਕੇ ਹਾਂ, ਇਹਨਾਂ ਸਾਰਿਆਂ ਰਾਜਿਆਂ ਦੀ ਸਟੋਰੀ ਅਸੀਂ ਪੜ੍ਹ ਚੁੱਕੇ। ਮੋਸਟਲੀ ਪਹਿਲਾ ਰਾਜਾ, ਦੂਜੇ ਰਾਜਾ ਦੇ ਵਿੱਚ ਅਸੀਂ ਇਹ ਸਾਰੇ ਨਾਂ ਪੜ੍ਹ ਚੁੱਕੇ ਹਾਂ। ਜਿਸ ਤਰ੍ਹਾਂ ਕਿ ਸਾਨੂੰ ਪਤਾ ਕਿ ਸੁਲੇਮਾਨ ਦਾ ਯਹੋਸ਼ਾਫਾਟ, ਫਿਰ ਅਬਸਿਆ, ਫਿਰ ਆਸਾ, ਫਿਰ ਸੁਲੇਮਾਨ ਤੋਂ ਬਾਅਦ ਰਾਹਬੋਆਮ, ਅਬਸਿਆ, ਆਸਾ, ਯਹੋਸ਼ਾਫਾਟ ਹੋਇਆ। ਫਿਰ ਰਾਜਾ ਯੋਰਾਮ ਆਇਆ, और फिर अजय आया, फिर योआस आया, और फिर अमस्या, अजरिया, योथाम, आहाज ते हेजकाया आया। राजा हिजकिया आया। राजा हिजकिया तो बाद उसका पुत्र मनस्से आया। मनस्से ने जिहड़े पाप कीते सीगे ओदी सजा फिर बाकियां नूं मिली, अदर दैन उसके पोते छड्ड के। और क्योंकि उस तो बाद मनस्से तो बाद उसका बेटा अमोन बनिया, और अमोन तो बाद असी योसाया देखा जिसने सारे काम प्रभु दे कहने च रह के कीते, जिसने सिर्फ एक गलती की कि प्रभु तो पूछे बगैर इजिप्ट के राजे दे नाल लड़न दे लई निकल गया और उत्थे मारिया गया। फिर उस तो बाद असी देखा कि यसाया दे जिहड़े 4 पुत्र सन, यूहानान, यहोयाकीम राजा बनिया, फिर सिदकिया राजा बनिया। यहोयाकीम दे 2 पुत्र सन, यकन्या ते सिदकिया। अच्छा, उस तो बाद हुण असी आ गए बाबल दे विच।
ਔਰ ਇਹ ਹਾਲੇ ਅਸੀਂ ਨਹੀਂ ਪੜ੍ਹਿਆ। ਬਾਬਲ ਦੇ ਵਿੱਚ ਜਿਹੜਾ ਉਹ ਅਗਲੇ ਪ੍ਰਭੂ ਯਿਸੂ ਮਸੀਹ ਦੇ ਆਉਣ ਤੋਂ ਕੋਈ 581 ਸਾਲ ਪਹਿਲਾਂ ਉਹ ਬਾਬਲ ਦੇ ਵਿੱਚ ਚਲੇ ਗਏ ਸੀ, ਔਰ ਜਿਹੜੇ 70 ਸਾਲ ਉੱਥੇ ਉਹਨਾਂ ਨੇ ਬਿਤਾਏ। ਔਰ ਫਿਰ ਅਸੀਂ ਦੇਖਦੇ ਪਏ ਹਾਂ ਬੇਸਿਕਲੀ ਜਿਹੜੇ ਉਸ ਲਾਈਨ ਦੇ ਵਿੱਚ ਜਿਹੜੇ ਲੋਕ ਹੋਏ ਆ, ਜਿਹੜੇ 40 ਨਾਮ ਆਉਂਦੇ ਆ, ਅਸੀਂ ਉਹਨਾਂ ਨਾਮਾਂ ਨੂੰ ਇੱਥੇ ਦੇਖਦੇ ਪਏ ਹਾਂ। ਸੋ ਆਓ 17 ਆਇਤ ਤੋਂ ਲੈ ਕੇ ਅਸੀਂ 24 ਆਇਤ ਤੱਕ ਦੇਖਦੇ ਹਾਂ। ਰਾਜਾ ਜਕਨਿਆ ਦੀ ਸੰਤਾਨ। ਰਾਜਾ ਜਕਨਿਆ ਜੋ ਬੰਦੀ ਰੂਪ ਵਿੱਚ ਬਾਬਲ ਵਿੱਚ ਗਿਆ ਸੀ ਤੇ ਇਹ 7 ਪੁੱਤਰ ਸਨ। ਸਲੀਤੀਏਲ, ਮਲਕੀਰਾਮ, ਪਦਾਇਆ, ਮਨਸ਼ਾ, ਜਕਮਜਾ, ਹੁਸ਼ਾਮਾ ਤੇ ਨਬਿਆ। ਪਦਿਆ ਦੇ ਅੱਗੇ 2 ਪੁੱਤਰ ਸਨ, ਬਾਬਲ ਤੇ ਸ਼ਮੇਈ। ਜਰਬਾਲ ਦੇ ਵੀ 2 ਪੁੱਤਰ ਸਨ, ਮਸਲਾਮ ਤੇ ਹਨਿਆ। ਤੇ ਇਹਨਾਂ ਦੀ ਇੱਕ ਭੈਣ ਸ਼ਲੋਮੀਥੀ ਵੀ ਸੀ। ਜਰਬਾਬਲ ਦੇ 5 ਪੁੱਤਰ ਹੋਰ ਸਨ, ਹਸੁਬਾ, ਓਹਲ, ਬਰਕਿਆ, ਹਸਦਿਆ ਤੇ ਜੂਸ਼ਵ ਹਸਦ। ਹਨਿਆ ਦੇ 2 ਪੁੱਤਰ ਸਨ, ਪਲਟਿਆ ਤੇ ਜਸ਼ਿਆ। ਜਸ਼ਿਆ ਦਾ ਪੁੱਤਰ ਰਵਿਆ ਸੀ ਤੇ ਹਵਿਆ ਦਾ ਅਰਨਾਨ ਦਾ ਓਬੋਦਿਆ ਦਾ ਸ਼ਕਨਿਆ ਅਤੇ ਸ਼ਕਨਿਆ ਦਾ ਪੁੱਤਰ ਸ਼ਮਿਆ ਸੀ। ਸ਼ਮਿਆ ਦੇ ਅੱਗੇ 5 ਪੁੱਤਰ ਸਨ, ਹਟੂਸ਼, ਜੇਗਾਲ, ਬਰਿਆ, ਨਰਿਆ ਤੇ ਸ਼ਫਾਤ। ਨਰਿਆ ਦੇ 3 ਪੁੱਤਰ ਸਨ, ਅਲੀਜੋਏਨਈ, ਹਿਜਕਿਆ ਤੇ ਅਜਰੀਕਹਾਮ। ਅਲੀਜੋਏਨਈ ਦੇ 7 ਪੁੱਤਰ ਸਨ, ਹਦਿਆ, ਅਲੀਯਾਸ਼ੀਬ, ਫਲਿਆ, ਅਕੂਬ, ਯੋਹਨਾਨ, ਦਲਾਜਾ ਤੇ ਅਨਾਨੀ। ਸੋ ਇਹ ਅਸੀਂ ਗਾਂ ਜਿਹੜਾ ਵੰਸ਼ ਬਾਬਲ ਦੇ ਵਿੱਚ ਔਰ ਬਾਬਲ ਤੋਂ ਵਾਪਸ ਆਉਣ ਦੇ ਵਿੱਚ, ਕਿਉਂਕਿ ਜਿਹੜਾ ਯਕਨਿਆ ਸੀਗਾ ਉਹ ਤਾਂ ਬਾਬਲ ਦੇ ਵਿੱਚ ਹੀ ਮਰ ਗਿਆ ਸੀ, ਔਰ ਉਹਦਾ ਪੁੱਤਰ ਜਿਹੜਾ ਸਲਤੀਏਲ ਸੀਗਾ ਉਹ ਵੀ ਉੱਥੇ ਹੀ ਮਰ ਗਿਆ ਸੀਗਾ। ਲੇਕਿਨ ਜਿਹੜਾ ਉੱਥੋਂ ਲੈ ਕੇ ਆਇਆ ਉਹਦਾ ਨਾਂ ਸੀ ਯਰੂਬਬਾਲ। ਯਰੂਬਬਾਲ ਦੇ ਬਾਰੇ ਅਸੀਂ ਜਿਸ ਵੇਲੇ ਅਸੀਂ ਇਤਿਹਾਸ ਦੀਆਂ ਪੋਥੀਆਂ ਤੋਂ ਬਾਅਦ ਜਾ ਕੇ ਜਿਸ ਵੇਲੇ ਪੜ੍ਹਨਾ ਹੈਗਾ, ਜਿਸ ਵੇਲੇ ਫਾਰਸ ਦੇ ਰਾਜਾ ਨੇ ਉਹਨਾਂ ਨੂੰ ਇਜਾਜ਼ਤ ਦੇ ਦਿੱਤੀ ਕਿ ਤੁਸੀਂ ਆਪਣੇ ਜਾਓ, ਆਪਣਾ ਸ਼ਹਿਰ ਉਸਾਰੋ, ਆਪਣਾ ਮੰਦਿਰ ਦੁਆਰਾ ਉਸਾਰੋ, ਜਿਸ ਵੇਲੇ ਉਹ ਫਿਰ ਅਸੀਂ ਯਰੂਬਬਾਲ ਦੇ ਬਾਰੇ ਪੜ੍ਹਨਾ ਸ਼ੁਰੂ ਕਰ, ਉੱਥੇ ਇਸ ਦਾ ਨਾਮ ਦੁਆਰਾ। ਔਰ ਇਹ ਪ੍ਰਭੂ ਯਿਸੂ ਮਸੀਹ ਦੀ ਲਿਨੀਏਜ ਦੇ ਵਿੱਚ ਇਹ ਨਾਮ ਹੁੰਦਾ ਹੈ, ਪ੍ਰਭੂ ਯਿਸੂ ਮਸੀਹ ਦੀ ਲਾਈਨ ਦੇ ਵਿੱਚ ਇਹ ਨਾਮ ਆਉਂਦਾ। ਔਰ ਇਹਨਾਂ ਦੇ ਵਿੱਚੋਂ ਜਿਹੜੇ ਗਾਂ ਉਹਨਾਂ ਦੇ ਪੁੱਤਰ ਦੱਸੇ ਗਏ, ਜਿਹੜੇ ਆ ਕੇ ਜਿਹੜੇ ਇੱਥੇ ਬਸੇ ਆ, ਉਹਨਾਂ ਸਾਰਿਆਂ ਦੇ ਨਾਮ ਇੱਥੇ ਆਉਂਦੇ ਪਰ ਇਹਨਾਂ ਦੇ ਵਿੱਚੋਂ ਇੱਕ ਨਾਮ ਇੱਕ ਐਸਾ ਆ ਜਿਹੜਾ ਪ੍ਰਭੂ ਯਿਸੂ ਮਸੀਹ ਦੀ ਲਾਈਨ ਦੇ ਵਿੱਚ ਆਉਂਦਾ। ਠੀਕ, ਸੋ ਕੱਲ ਨੂੰ ਅਸੀਂ 5ਵੇਂ ਭਾਵ ਤੋਂ ਸ਼ੁਰੂ ਕਰਾਂਗੇ। ਸੌਰੀ, ਕੱਲ ਨੂੰ ਨਹੀਂ, ਚੌਥਾ ਭਾਵ ਕਾਫੀ ਲੰਬਾ ਆ, ਆਈ ਡੋਨਟ ਵਾਂਟ ਟੂ ਟੱਚ ਇਟ। ਅਸੀਂ ਮੰਡੇ ਨੂੰ ਅਸੀਂ ਇਹਨੂੰ ਸ਼ੁਰੂ ਕਰਾਂਗੇ, ਔਰ ਇਹਦੇ ਵਿੱਚ ਹਾਲੇ ਅਸੀਂ ਜਿੱਦਾਂ ਕਿ ਕਲੇਬ ਦੇ ਬਾਰੇ ਦੁਆਰਾ ਪੜ੍ਹਨਾ, ਫਿਰ ਜਿਹੜੇ ਬਾਕੀ ਦੇ ਜਿਹੜੇ 11 ਕਬੀਲੇ ਆ ਉਹਨਾਂ ਦੇ ਬਾਰੇ ਦੁਆਰਾ ਪੜ੍ਹਨਾ, ਫਿਰ ਅਸੀਂ ਜਿਹੜਾ ਲੇਵੀ ਦਾ ਕਬੀਲਾ ਜਿਹਦੇ ਵਿੱਚੋਂ ਸਾਰੇ ਦੇ ਸਾਰੇ ਪ੍ਰੋਤ ਤੇ ਮਹਾਪ੍ਰੋਤ ਹੋਏ ਆ, ਅਸੀਂ ਉਹਨਾਂ ਦੇ ਬਾਰੇ ਪੜ੍ਹਨਾ, ਤੇ ਫਿਰ ਸਾਨੂੰ ਇਹਨੇ ਉਹਨਾਂ ਦੇ ਵਿੱਚੋਂ ਦੀ ਲੈ ਕੇ ਲੰਘਣਾ ਹੈਗਾ। ਸੋ there's going to be lots names, ਬਹੁਤ ਸਾਰੇ ਨਾਮ ਆਉਣੇ ਆ, ਬਹੁਤ ਸਾਰੇ ਨਾਮਾਂ ਦੇ ਬਾਰੇ ਅਸੀਂ ਪੜ੍ਹਨਾ। ਪਰ ਬਈ ਜਿੱਦਾਂ ਮਰਜ਼ੀ ਦੇਖ ਲਈਏ, ਇਤਿਹਾਸ ਇਹ ਸਾਡਾ ਇਤਿਹਾਸ। ਸੋ ਸਾਨੂੰ ਇਸੇ ਤਰ੍ਹਾਂ ਇਸਨੇ ਹਰੇਕ ਕਬੀਲੇ ਦੇ ਵਿੱਚੋਂ ਦੀ ਲੈ ਕੇ ਨਿਕਲਣਾ, ਔਰ ਇਹਨਾਂ ਕਬੀਲਿਆਂ ਦੇ ਵਿੱਚੋਂ ਰਾਜੇ ਜਿਹੜੇ ਹੋਏ ਆ ਉਹਨਾਂ ਦੇ ਉੱਤੇ ਅਸੀਂ ਹਾਈਲਾਈਟ ਕਰਾਂਗੇ। ਲੇਕਿਨ ਦਿਸ ਇਜ਼ ਬਿਊਟੀਫੁਲ। ਅਗਲੇ ਥੋੜੇ ਜਿਹੇ ਚੈਪਟਰ ਇਦਾਂ ਹੀ ਚੱਲਣੇ ਹੈਗੇ ਆ, ਫਿਰ ਉਸ ਤੋਂ ਬਾਅਦ ਜਿੱਦਾਂ ਇਸ ਗੋਣਾ ਬੀ ਰੀਲੀ ਇੰਟਰਸਟਿੰਗ। ਜਿੱਦਾਂ ਹੀ ਫਿਰ ਅਸੀਂ ਰਹਬੋਆਮ ਤੇ ਯਾਰਾਬੋਆਮ ਦੇ ਵਿੱਚ ਪਹੁੰਚਣਾ, ਨਬੀਆਂ ਦੀਆਂ ਪੋਥੀਆਂ ਸ਼ੁਰੂ ਹੋ ਜਾਣੀਆਂ ਨਾਲ, ਔਰ ਫਿਰ ਅਸੀਂ ਨਬੀਆਂ ਦੀਆਂ ਸਾਰੀਆਂ ਜਿਹੜੀਆਂ ਪੋਥੀਆਂ ਆਪਾਂ ਬੇਸਿਕਲੀ ਸਾਰੀਆਂ ਪੋਥੀਆਂ ਜਿਹੜੀਆਂ
ਉਹ ਅਸੀਂ ਪਹਿਲੇ ਤੇ ਦੂਜੇ ਇਤਿਹਾਸ ਦੇ ਵਿੱਚ ਅਸੀਂ ਦੇਖ, ਠੀਕ ਹੈ। ਅੱਛਾ, आओ दुआ करें। प्यारे प्रभु, तेरा शुक्र करते हैं तेरे इस पवित्र वचन दे लई, तेरी रहम दे लई, तेरी दया दे लई। तू साडा महान परमेश्वर आ, तू दयालु कृपालु परमेश्वर आ खुदावंद। हाँ, ये बहुत सारे नाम जिहड़े असीं पढ़दे हैं, पर प्यारे प्रभु ये वो सारे नाम जिन्हां दे विचों दी प्रभु जी तेरा जन्म होया। बहुत सारे नाम साडे लिए अज कोई मीनिंग नहीं रखते, पर उस वेले इन्हां लोकां दे लिए ये नाम बहुत मीनिंग रखते सी। प्यारे प्रभु, इसी तरह एक समय सानू भी याद किया जाएगा कि मसीह दे कोल कौन आया, फिर उसका फिर कौन आया। इसी तरह प्रभु जी इन्हां नू याद रखा जाए। प्यारे प्रभु, संडे असी चर्च दे विच इकट्ठे होवांगे और किक ऑफ संडे आ प्रभु जी, तू साडे सब दे उत्ते रहम करी। सारे बच्चों दे प्रोग्राम, बड़ियां दे प्रोग्राम सारे शुरू हो जाएंगे, दोबारा शुरू हो जाएंगे। खुदावंद तेरी बरकत बनी रहे। और इसी तरह प्रभु जी तेरी हजूरी साडे सब दे नाल बनी रहे जब तक असी दोबारा मिलीए। प्यारे प्रभु, तेरा रहम और तेरी दया साडे ते बनी रहे। बुरे और बुराई तो सानू बचा के रखे, अपनी नजदीकी दे विच बना के रखी, मसीह यसू दे मिठे और प्यारे नाम दे विच। ब्लेस यू। खुदावंद तुहानू बरकत दे, तुहाडे सारियां दे नाल बनिया रहे। आपां मंडे नू बाइबल स्टडी लई मिलांगे और इत्थे एबटसफोर्ड वाले जिहड़े अपने भैन भरा चर्च विच इकट्ठे हुंदे आ, इस संडे दी सर्विस साडी 10 वजे दी किक ऑफ सर्विस है, 10 वजे दी सर्विस कंबाइन होगी। ब्लेस यू।